ਬਖਸ ਪਿਆ ਮਿਹਰਾਮਤ ਹੋਈ। ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ ਸੋ ਕਹੁ ਟਲ ਗੁਰ ਸੇਵੀਐ ਐਨਿਸ ਸਹਿਜ ਸੁਭਾ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ। ਹੋਵੈ ਸਿਫਤ ਸੰਬੰਧੀ ਨੂਰ ਅਰਸੋਂ ਪੁਰਸੋਂ। ਡਿਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀਐ। ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਚੌਥਾ। ਆਪੇ ਸ੍ਰਿਸ਼ਟ ਪਾਇੰਦਾ ਪਿਆਰਾ ਕਰ ਸੂਰਜ ਚੰਦ ਚਾਨਣ। ਆਪ ਨਿਤਾਣਿਆ ਤਾਣ ਹੈ ਪਿਆਰਾ ਆਪ ਨਿਮਾਣਿਆ ਮਾਨ। ਆਪ ਦਇਆ ਕਰ ਰੱਖਦਾ ਪਿਆਰਾ ਆਪੇ ਸੁਗੜ ਸੁਜਾਨ। ਮੇਰੇ ਮਨ ਜਪ ਰਾਮ ਨਾਮ ਨਿਸ਼ਾਨ। ਸਤ ਸੰਗਤ ਮਿਲ ਧਿਆਏ ਤੂੰ ਹਰ ਹਰ ਬੌੜ ਨਾ ਆਵਣ ਜਾਨ। ਆਪੇ ਸ੍ਰਿਸ਼ਟ ਪਾਇੰਦਾ ਪਿਆਰਾ ਕਰ ਸੂਰਜ ਚੰਦ ਚਾਨਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸਜ ਰਹੇ ਦੀਵਾਨ ਵਿੱਚ ਆਪ ਸੰਗਤਾਂ ਨੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਆਸਾ ਦੀ ਵਾਰ ਗੁਰਬਾਣੀ ਸਰਵਣ ਕੀਤੀ ਹੈ। ਉਸ ਤੋਂ ਪਹਿਲਾਂ ਪੰਜ ਬਾਣੀਆਂ ਗੁਰੂ ਪਾਤਸ਼ਾਹ ਦੇ ਘਰ ਦਾ ਨਿਤਨੇਮ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਇਸ ਵੇਲੇ ਸਤਿਗੁਰਾਂ ਦੀ ਮਹਾਨ ਕਿਰਪਾ ਦੇ ਨਾਲ ਗੁਰ ਸ਼ਬਦ ਦੀ ਵਿਚਾਰ ਸਰਵਣ ਕਰਨ ਵਾਸਤੇ ਆਪਾਂ ਇਕੱਤਰਤ ਹੋਏ ਹਾਂ। ਸਤਿਗੁਰੂ ਜੀ ਸ਼ਬਦਦਾਰ ਸ਼ਬਦ ਸਾਨੂੰ ਹਰ ਰੋਜ਼ ਉਪਦੇਸ਼ ਬਖਸ਼ਿਸ਼ ਕਰਕੇ ਮੁਕਤੀ ਦੇ ਦਰ ਦੇ ਉੱਪਰ ਲੈ ਕੇ ਜਾ ਰਹੇ ਨੇ। ਆਓ ਸਤਿਗੁਰਾਂ ਦੇ ਪਵਿੱਤਰ ਬਚਨ ਗੁਰਬਾਣੀ ਦੇ ਰੂਪ ਵਿੱਚ ਜੋ ਸਤਿਗੁਰਾਂ ਨੇ ਸਾਨੂੰ ਬਖਸ਼ੇ ਨੇ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਚੌਥਾ। ਪਾਤਸ਼ਾਹ ਸਾਹਿਬ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਕੋਲ ਸਵਰਗ ਦਾ ਰਾਜਾ ਇੰਦਰ ਆ ਕੇ ਬੈਠਾ ਹੈ। ਉਸ ਦਾ ਸਵਾਲ ਇਹ ਸੀ ਕਿ ਪਰਮਾਤਮਾ ਕਿੱਥੇ ਵਾਸਾ ਕਰਦਾ, ਪਰਮੇਸ਼ਰ ਰਹਿੰਦਾ ਕਿੱਥੇ ਹੈ ਅਤੇ ਉਹ ਕਿਹੜੇ ਕਿਹੜੇ ਕੰਮ ਕਰਦਾ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਪਦੇਸ਼ ਦੇ ਰਹੇ ਨੇ। ਜਿੱਥੇ ਰਾਜੇ ਇੰਦਰ ਦਾ ਭਲਾ ਹੋ ਰਿਹਾ ਹੈ ਉੱਥੇ ਸਾਡਾ ਭਲਾ ਕਰਨ ਵਾਸਤੇ, ਸਿੱਖਾਂ ਦਾ ਭਲਾ ਕਰਨ ਵਾਸਤੇ ਮਹਾਰਾਜ ਜੀ ਇਹ ਪਵਿੱਤਰ ਸ਼ਬਦ ਸਾਨੂੰ ਬਖਸ਼ਿਸ਼ ਕਰਦੇ ਹਨ। ਆਪੇ ਸ੍ਰਿਸ਼ਟ ਪਾਇੰਦਾ ਪਿਆਰਾ ਕਰ ਸੂਰਜ ਚੰਦ ਚਾਨਣ। ਗੁਰੂ ਪਾਤਸ਼ਾਹ ਫਰਮਾਉਣ ਲੱਗੇ, ਕਹਿਣ ਲੱਗੇ ਆ ਇੰਦਰ ਉਹ ਅਕਾਲ ਪੁਰਖ ਨੇ ਸ੍ਰਿਸ਼ਟੀ ਆਪ ਪੈਦਾ ਕੀਤੀ ਹੈ। ਫਿਰ ਇਸ ਧਰਤੀ ਦੇ ਉੱਪਰ ਲਾਈਟ ਦੀ ਜ਼ਰੂਰਤ ਹੈ। ਲਾਈਟ ਲਾਉਣ ਵਾਸਤੇ, ਚਾਨਣ ਕਰਨ ਵਾਸਤੇ ਉਸਨੇ ਦਿਨੇ ਸੂਰਜ ਦੀ ਡਿਊਟੀ ਲਾ ਦਿੱਤੀ, ਰਾਤ ਨੂੰ ਚੰਦਰਮਾ ਦੀ ਡਿਊਟੀ ਲਾਈ ਹੋਈ ਹੈ।
ਰਾਤ ਨੂੰ ਚੰਦਰਮਾ ਟਾਰਚ ਦਾ ਕੰਮ, ਬੈਟਰੀ ਦਾ ਕੰਮ ਕਰਦਾ, ਪ੍ਰਕਾਸ਼ ਕਰਦਾ ਹੈ। ਦਿਨੇ ਸੂਰਜ ਪ੍ਰਕਾਸ਼ ਕਰਕੇ ਰੋਸ਼ਨੀ ਦਿੰਦਾ ਹੈ। ਉਸ ਪ੍ਰਮਾਤਮਾ ਨੇ ਕਹਿਣ ਲੱਗੇ ਵੀ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ। ਸ੍ਰਿਸ਼ਟੀ ਦੇ ਵਿੱਚ ਚੰਦਰਮਾ ਤੇ ਸੂਰਜ ਨੂੰ ਪ੍ਰਕਾਸ਼ ਕਰਨ ਵਾਸਤੇ ਉਸ ਨੇ ਭੇਜਿਆ ਹੋਇਆ, ਲਾਇਆ ਹੋਇਆ ਹੈ। ਸੋ ਚੰਦਰਮਾ ਜਿਹੜਾ ਹੈ ਫਲਾਂ ਦੇ ਵਿੱਚ ਰਸ ਭਰਦਾ ਹੈ। ਸੂਰਜ ਜੋ ਹੈ ਉਹਨਾਂ ਫਲਾਂ ਨੂੰ ਪਕਾ ਕੇ ਖਾਣ ਦੇ ਯੋਗ ਬਣਾ ਦਿੰਦਾ ਹੈ। ਇੱਕ ਅੰਨ ਦੇ ਵਿੱਚ ਰਸ ਭਰਦਾ ਪਿਆ, ਦੂਜਾ ਅੰਨ ਨੂੰ ਪਕਾਉਂਦਾ ਪਿਆ ਹੈ। ਇਸ ਤਰ੍ਹਾਂ ਉਸ ਅਕਾਲ ਪੁਰਖ ਨੇ ਭਾਈ ਸ੍ਰਿਸ਼ਟੀ ਸਾਜੀ ਹੈ, ਦੁਨੀਆ ਬਣਾ ਕੇ ਤੇ ਚਾਨਣ ਕਰਨ ਵਾਸਤੇ, ਪ੍ਰਕਾਸ਼ ਕਰਨ ਵਾਸਤੇ ਚੰਦਰਮਾ ਤੇ ਸੂਰਜ ਉਸ ਨੇ ਥਾਪੇ ਨੇ। ਫਿਰ ਮਹਾਰਾਜ ਬਖਸ਼ਿਸ਼ ਕਰਦੇ ਹਨ। ਆਪੇ ਸ੍ਰਿਸ਼ਟ ਪਾਇਦਾ ਪਿਆਰਾ, ਘਰ ਸੂਰਜ ਚੰਦ ਚਨਾਣ। ਗੁਰੂ ਪਾਤਸ਼ਾਹ ਕਹਿਣ ਲੱਗੇ ਸ੍ਰਿਸ਼ਟ ਕਹੀਏ ਇਹ ਜੋ ਸਤ ਸੰਗਤ ਹੈ, ਉਸ ਪਰਮੇਸ਼ਰ ਨੇ ਇਹ ਸਤ ਸੰਗਤ ਰੂਪੀ ਸ੍ਰਿਸ਼ਟੀ ਸਾਜੀ ਹੈ। ਇਹਦੇ ਵਿੱਚ ਉਸ ਨੇ ਚੰਦ ਤੇ ਸੂਰਜ, ਗਿਆਨ ਅਤੇ ਵੈਰਾਗ ਦੇ ਦੋ ਸੂਰਜ ਉਸ ਨੇ ਸਤ ਸੰਗਤ ਵਿੱਚ ਪੈਦਾ ਕੀਤੇ। ਜਿਹੜਾ ਸੰਗਤ ਵਿੱਚ ਆ ਕੇ ਬੈਠੇਗਾ ਉਹ ਗਿਆਨ ਦੇ ਸਹਿਤ ਹੋ ਜਾਏਗਾ, ਸੋਝੀ ਆ ਜਾਏ, ਅਕਲ ਆ ਜਾਏਗੀ, ਵੈਰਾਗ ਮਿਲੇਗਾ ਕਿ ਸੰਸਾਰ ਵਿੱਚੋਂ ਲੈ ਕੇ ਕੁਝ ਨਹੀਂ ਜਾਣਾ। ਜੇ ਜਾਣਾ ਹੈ ਤੇ ਕੇਵਲ ਪਰਮਾਤਮਾ ਦਾ ਨਾਮ ਨਾਲ ਜਾਣਾ ਹੈ, ਇਹ ਵੈਰਾਗ ਪ੍ਰਾਪਤ ਹੋਵੇਗਾ। ਆਪੇ ਸ੍ਰਿਸ਼ਟ ਉਪਾਏ ਦਾ ਪਿਆਰਾ, ਉਹ ਪਿਆਰਾ ਪਰਮਾਤਮਾ ਸ੍ਰਿਸ਼ਟ ਕਹੀਏ ਸਤ ਸੰਗਤ ਆਪੇ ਪੈਦਾ ਕਰਦਾ। ਸਤ ਸੰਗਤ ਵਿੱਚ ਲਿਆ ਕੇ ਗੁਰਮੁਖਾਂ ਨੂੰ, ਜਿਨ੍ਹਾਂ ਦਾ ਭਲਾ ਕਰਨਾ, ਉਹਨਾਂ ਨੂੰ ਸੰਗਤ ਵਿੱਚ ਲਿਆ ਕੇ ਬਿਠਾਉਂਦਾ ਹੈ। ਆਪੇ ਚੰਦ ਚਾਨਾਨ, ਚੰਦ ਕਹੀਏ ਵੈਰਾਗ ਤੇ ਇਸੇ ਤਰ੍ਹਾਂ ਸੂਰਜ ਤੋਂ ਭਾਵ ਹੈ ਗਿਆਨ। ਗਿਆਨ ਤੇ ਵੈਰਾਗ ਦੇ ਇੱਥੇ ਜਿਹੜੇ ਦਾਤ ਹੈ, ਦਾਤਾਂ ਨੇ ਸਾਨੂੰ ਪ੍ਰਾਪਤ ਹੁੰਦੀਆਂ। ਗਿਆਨ ਵੀ ਪ੍ਰਾਪਤ ਹੁੰਦਾ ਸਤ ਸੰਗਤ ਵਿੱਚੋਂ, ਵੈਰਾਗ ਵੀ ਪ੍ਰਾਪਤ ਹੁੰਦਾ ਹੈ। ਗਿਆਨ ਤੇ ਵੈਰਾਗ ਦਾ ਉਸਨੇ ਪ੍ਰਕਾਸ਼ ਕੀਤਾ ਹੋਇਆ ਸਤ ਸੰਗਤ ਵਿੱਚ, ਐਸਾ ਉਹ ਪਰਮਾਤਮਾ ਹੈ। ਫਿਰ ਮਹਾਰਾਜ ਬਖਸ਼ਿਸ਼ ਕਰਦੇ ਹਨ। ਆਪੇ ਸ੍ਰਿਸ਼ਟ ਪਾਇਦਾ ਪਿਆਰਾ, ਘਰ ਸੂਰਜ ਚੰਦ ਚਨਾਣ। ਪਾਤਸ਼ਾਹ ਕਹਿਣ ਲੱਗੇ ਰਾਜੇ ਇੰਦਰ, ਲੈ ਤੀਜਾ ਬਚਨ ਸਾਡਾ ਸੁਣ। ਗੁਰਮੁਖੋ ਪੰਕਤੀ ਇੱਕੋ ਹੀ ਹੈ, ਪਰ ਅਰਥ ਆਪਾਂ ਵੱਖੋ ਵੱਖਰੇ ਇਹ ਸਰਵਣ ਕੀਤੇ ਨੇ। ਇਹਨਾਂ ਸ਼ਬਦਾਂ ਦੇ ਕੀ ਕੀ ਅਰਥ ਬਣਦੇ ਨੇ। ਤੀਜਾ ਅਰਥ ਮਹਾਰਾਜ ਕਹਿਣ ਲੱਗੇ ਸ੍ਰਿਸ਼ਟੀ ਦੇ ਵਿੱਚ ਨਾ ਪਰਮਾਤਮਾ ਨੇ ਜੀਵ ਪੈਦਾ ਕੀਤੇ। ਜੀਵ ਪੈਦਾ ਕਰਕੇ ਤੇ ਚੰਦਰਮਾ ਤੇ ਸੂਰਜ ਕੀਏ ਸੱਜਾ ਤੇ ਖੱਬਾ। ਚੰਦਰਮਾ ਤੇ ਸੂਰਜ ਤੋਂ ਲੈ ਲੈਣਾ ਖੱਬਾ ਪਾਸਾ ਤੇ ਸੱਜਾ ਪਾਸਾ। ਪਰਮਾਤਮਾ ਨੇ ਜੀਵ ਪੈਦਾ ਕਰਕੇ ਇੱਕ ਖੱਬੇ ਪਾਸੇ ਸਾਡੇ ਨੇਤਰ ਲਾ ਦਿੱਤਾ, ਅੱਖ ਇੱਕ ਸੱਜੇ ਪਾਸੇ ਅੱਖ ਲਾ ਦਿੱਤੀ ਹੈ। ਫਿਰ ਇਹਨਾਂ ਦੋਨਾਂ ਅੱਖਾਂ ਦੇ ਵਿੱਚ ਉਹ ਰੌਸ਼ਨੀ ਵੀ ਦਿੰਦਾ ਪਿਆ ਹੈ। ਦੋਨੇ ਅੱਖਾਂ ਬਰਾਬਰ ਜਗਦੀਆਂ ਪਈਆਂ, ਵੇਖਦੀਆਂ ਪਈਆਂ। ਪਰਮਾਤਮਾ ਨੇ ਦੋ ਅੱਖਾਂ ਵੀ ਦੇ ਦਿੱਤੀਆਂ। ਸ੍ਰਿਸ਼ਟੀ ਵਿੱਚ ਜੀਵ ਪੈਦਾ ਕੀਤੇ ਔਰ ਉਹਨਾਂ ਜੀਵਾਂ ਨੂੰ ਦੋ ਦੋ ਅੱਖਾਂ ਦਿੱਤੀਆਂ ਨੇ। ਕਾਂ ਹੈ, ਚਿੜੀ ਹੈ, ਸ਼ੇਰ ਹੈ, ਇਸੇ ਤਰ੍ਹਾਂ ਹਿਰਨ ਹੈ, ਕੁੱਤਾ ਹੈ, ਬਿੱਲਾ ਹੈ, ਮਨੁੱਖ ਹੈ, ਪਸ਼ੂ ਹੈ, ਪੰਛੀ ਹੈ, ਭਾਵੇਂ ਮੱਛੀ ਪਾਣੀ ਵਿੱਚ ਰਹਿੰਦੀ ਹੈ। ਉਹ ਪਰਮਾਤਮਾ ਦੋ ਦੋ ਅੱਖਾਂ ਦੇ ਕੇ ਇਹਨਾਂ ਜੀਵਾਂ ਨੂੰ ਤੇ ਉਹਦੇ ਵਿੱਚ ਚਾਨਣ ਕਹੀਏ ਪ੍ਰਕਾਸ਼ ਵੀ ਦਿੰਦਾ ਪਿਆ, ਦਿਸਦਾ ਵੀ ਪਿਆ ਅੱਖਾਂ ਦੇ ਨਾਲ। ਇਸ ਤਰ੍ਹਾਂ ਦਾ ਉਹ ਪਰਮਾਤਮਾ ਹੈ। ਰਾਜੇ ਇੰਦਰ ਦਾ ਸਵਾਲ ਸੀ ਵੀ ਪਰਮਾਤਮਾ ਰਹਿੰਦਾ ਕਿੱਥੇ ਤੇ ਕਰਦਾ ਕੀ ਹੈ, ਤੇ ਸਤਿਗੁਰਾਂ ਨੇ ਇਹ ਸਵਾਲ ਦਾ ਜਵਾਬ ਦਿੱਤਾ। ਕਹਿਣ ਲੱਗੇ ਸ੍ਰਿਸ਼ਟੀ ਦੇ ਅੰਦਰ ਆਪ ਹੀ ਰਹਿੰਦਾ। ਸ੍ਰਿਸ਼ਟੀ ਵਿੱਚ ਜੀਵਾਂ ਨੂੰ ਪੈਦਾ ਕਰਕੇ ਜੀਵਾਂ ਵਿੱਚ ਉਹ ਆਪ ਹੀ ਬੈਠਾ ਹੋਇਆ ਤੇ ਕਰਦਾ ਕੀ ਹੈ, ਇਹਨਾਂ ਜੀਵਾਂ ਦੀਆਂ ਅੱਖਾਂ ਦੇ ਵਿੱਚ ਰੌਸ਼ਨੀ ਉਹ ਬਖਸ਼ਿਸ਼ ਕਰਦਾ ਹੈ ਤਾਂ ਕਿ ਜੀਵ ਅੱਗੇ ਵੇਖ ਸਕਣ, ਆਪਣਾ ਜੀਵਨ ਨਿਰਬਾਹ ਚਲਾ ਸਕਣ। ਇਸ ਤਰ੍ਹਾਂ ਦਾ ਭਾਈ ਉਹ ਪਰਮਾਤਮਾ ਹੈ। ਇਸ ਪੰਕਤੀ ਦੇ ਤਿੰਨ ਆਪਾਂ ਅਰਥ ਸਰਵਣ ਕੀਤੇ ਨੇ। ਪਹਿਲਾ ਅਰਥ ਇਹ ਸੀ ਵੀ ਸ੍ਰਿਸ਼ਟੀ ਪੈਦਾ ਕਰਕੇ ਚੰਦਰਮਾ ਤੇ ਸੂਰਜ ਦੁਆਰਾ ਪ੍ਰਕਾਸ਼ ਕਰਦਾ ਪਿਆ। ਦੂਜਾ ਅਰਥ ਇਹ ਅਸੀਂ ਪ੍ਰਾਪਤ ਕੀਤਾ ਵੀ ਸਤ ਸੰਗਤ ਰੂਪੀ ਉਸਨੇ ਸ੍ਰਿਸ਼ਟੀ ਪੈਦਾ ਕੀਤੀ ਹੈ। ਇੱਥੇ ਗਿਆਨ ਤੇ ਵੈਰਾਗ ਦਾ ਉਹ ਪ੍ਰਕਾਸ਼ ਕਰਦਾ ਪਿਆ ਜਿਸ ਸੰਗਤ ਵਿੱਚ ਆਪਾਂ ਆ ਕੇ ਬੈਠੇ ਹਾਂ। ਤੇ ਤੀਜਾ ਅਰਥ ਆਪਾਂ ਨੂੰ ਪ੍ਰਾਪਤ ਹੋਇਆ ਹੈ, ਇਸ ਦੁਨੀਆ ਵਿੱਚ ਜਿੰਨੇ ਉਸਨੇ ਜੀਵ ਪੈਦਾ ਕੀਤੇ ਉਹਨਾਂ ਜੀਵਾਂ ਨੂੰ ਸੱਜਾ ਤੇ ਖੱਬਾ ਨੇਤਰ ਦੇ ਕੇ, ਦੋ ਦੋ ਅੱਖਾਂ ਦੇ ਕੇ, ਉਹਨਾਂ ਅੱਖਾਂ ਵਿੱਚ ਉਹ ਰੌਸ਼ਨੀ ਚਾਨਣ ਤੋਂ ਭਾਵ ਚਾਨਣ ਦਿੰਦਾ ਪਿਆ, ਪ੍ਰਕਾਸ਼ ਕਰਦਾ ਪਿਆ। ਇਹ ਉਹ ਪਰਮਾਤਮਾ ਕਾਰਜ ਕਰਦਾ ਹੈ। ਇਸ ਤਰ੍ਹਾਂ ਮਹਾਰਾਜ ਉਸ ਰਾਜੇ ਨੂੰ
ਸੰਬੋਧਨ ਕਰਕੇ ਉਪਦੇਸ਼ ਦੇ ਰਹੇ ਨੇ, ਸਾਡਾ ਵੀ ਭਲਾ ਕਰਦੇ ਹਨ। ਆਪ ਨੇ ਤਾਣਿਆ ਤਾਣ ਹੈ ਪਿਆਰਾ, ਆਪ ਨੇ ਮਾਣਿਆ ਮਾਨ। ਨਤਾਣੇ ਜਿਹੜੇ ਤਾਣ ਤੋਂ ਰਹਿਤ ਨੇ, ਤਾਣ ਗੁਰਮੁਖੋ ਕਹਿੰਦੇ ਬਲ, ਜਿਨ੍ਹਾਂ ਕੋਲ ਕੋਈ ਬਲ ਨਹੀਂ ਨਾ, ਵਿਚਾਰੇ ਅਸਲੋਂ ਕਮਜ਼ੋਰ ਨੇ, ਮਾੜੇ ਨੇ, ਉਹ ਨਤਾਣਿਆਂ ਨੂੰ ਤਾਣ ਦਿੰਦਾ। ਤਾਣ ਕਹੀਏ ਬਲ, ਉਹ ਬਲ ਦਿੰਦਾ ਹੈ ਜਿਹੜਾ ਕਾਹੇ ਜੋਗਾ ਨਹੀਂ ਹੈਗਾ, ਨਾ ਸੰਸਾਰ ਵਿੱਚ ਸਰੀਰ ਕਰਕੇ ਕੰਮ ਕਰ ਸਕਦਾ, ਨਾ ਅਕਲ ਕਰਕੇ ਕੰਮ ਕਰ ਸਕਦਾ। ਹਰ ਵੇਲੇ ਦੁਰੇ ਦੁਰੇ ਹੁੰਦੀ ਹੈ, ਹਰ ਵੇਲੇ ਲਾਹਣਤਾਂ ਪੈਂਦੀਆਂ, ਹਰ ਵੇਲੇ ਝਿੜਕਾਂ ਪੈਂਦੀਆਂ, ਉਹਨਾਂ ਵਿੱਚ ਵੀ ਆਪਣਾ ਤਾਣ ਬਲ ਭਰ ਦਿੰਦਾ ਹੈ, ਤੇ ਬਲ ਭਰ ਕੇ ਫਿਰ ਮਾਣ ਦਵਾ ਦਿੰਦਾ ਹੈ। ਆਪਾਂ ਬਚਨ ਪੜ੍ਹਦੇ ਨਾ, ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਪੰਜੋਖਰਾ ਸਾਹਿਬ ਦੀ ਧਰਤੀ ਤੇ, ਇੱਥੇ ਇੱਕ ਗਰੀਬ ਰਹਿੰਦਾ ਛੱਜੂ ਝੀਵਰ, ਹਰੇਕ ਉਹਨੂੰ ਲਾਹਣਤਾਂ ਪਾਉਂਦਾ, ਗਾਲਾਂ ਕੱਢਦਾ, ਮਾੜਾ ਬੋਲਦਾ, ਤੇ ਵਿਚਾਰਾ ਕਮਲਾ ਝੱਲਾ ਹਰ ਵੇਲੇ ਕੰਮ ਵਿੱਚ ਲੱਗਾ ਰਹਿੰਦਾ। ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਨੇ ਐਸਾ ਬਲ ਬਖਸ਼ਿਸ਼ ਕੀਤਾ, ਉਸ ਨੂੰ ਆਪਣੀ ਸਿੱਖੀ ਦੀ ਦਾਤ ਦੇ ਕੇ, ਮੰਜੀ ਦੇ ਕੇ ਮਹਾਰਾਜ ਨੇ ਪ੍ਰਚਾਰਕ ਬਣਾ ਦਿੱਤਾ। ਅੱਜ ਦੁਨੀਆ ਚਰਨਾਂ ਤੇ ਨਮਸਕਾਰਾਂ ਕਰਦੀ ਹੈ। ਆਪ ਨਤਾਣਿਆ ਤਾਣ ਹੈ ਪਿਆਰਾ, ਜਿਹੜੇ ਨਤਾਣੇ ਨੇ ਨਾ ਬਲ ਤੋਂ ਰਹਿਤ, ਛੱਜੂ ਝੂਰ ਵਰਗੇ, ਉਹਨਾਂ ਨੂੰ ਤਾਣ ਕਹੀਏ ਉਹ ਬਲ ਦੇ ਦਿੰਦਾ ਹੈ। ਆਪ ਨਿਮਾਣਿਆ ਮਾਨ, ਜਿਹੜੇ ਮਾਣ ਤੋਂ ਰਹਿਤ ਨੇ, ਜਿਨ੍ਹਾਂ ਨੂੰ ਕੋਈ ਸਤਿਕਾਰ ਨਹੀਂ ਦਿੰਦਾ, ਉਹਨਾਂ ਨੂੰ ਉਹ ਮਾਣ ਬਖਸ਼ਿਸ਼ ਕਰ ਦਿੰਦਾ ਹੈ। ਐਸੀਆਂ ਵਡਿਆਈਆਂ ਪ੍ਰਮਾਤਮਾ ਦਿੰਦਾ ਹੈ। ਆਪ ਦਇਆ ਕਰ ਰੱਖਦਾ ਪਿਆਰਾ, ਆਪੇ ਸੁਗੜ ਸੁਜਾਨ। ਪ੍ਰਮਾਤਮਾ ਆਪ ਦਇਆ ਕਰਦਾ ਸਾਰਿਆਂ ਦੇ ਉੱਪਰ, ਤੇ ਆਪ ਹੀ ਉਹ ਸੁਗੜ ਕਹੀਏ ਸ੍ਰੇਸ਼ਟ, ਘਾੜਤ ਘੜਨ ਦੇ ਵਿੱਚ ਬੜਾ ਹੀ ਸਿਆਣਾ ਹੈ। ਵੱਡੇ ਤੋਂ ਵੱਡਾ ਮਿਸਤਰੀ, ਵੱਡੇ ਤੋਂ ਵੱਡਾ ਕਾਰੀਗਰ, ਉਸਤਾਦਾਂ ਦਾ ਉਸਤਾਦ ਵੀ ਕਿਸੇ ਵੇਲੇ ਕਿਸੇ ਕੰਮ ਤੋਂ ਮਾਰ ਖਾ ਜਾਂਦਾ ਹੈ, ਉਹਦੇ ਵੱਸ ਦੀ ਗੱਲ ਰਹਿ ਨਹੀਂ ਜਾਂਦੀ ਹੈ, ਕੋਈ ਨਾ ਕੋਈ ਕਮੀ ਰਹਿ ਜਾਂਦੀ ਹੈ। ਪਰ ਪਰਮਾਤਮਾ ਇੱਕ ਇਹੋ ਜਿਹਾ ਉਸਤਾਦ ਹੈ, ਇਹੋ ਜਿਹੀ ਘਾੜਤ ਘੜਨ ਵਾਲਾ ਵੀ, ਉਹਦੇ ਕੰਮ ਦੇ ਵਿੱਚ ਕਮੀ ਰਹਿੰਦੀ ਕੋਈ ਨਹੀਂ ਹੈ। ਆਪੇ ਸੁਗੜ ਸੁਜਾਨ, ਉਹ ਬੜਾ ਭਾਈ ਸੁਗੜ ਕਹੀਏ ਸਿਆਣਾ ਹੈ, ਸੁਜਾਨ ਕਹੀਏ ਸਿਆਣਾ ਹੈ, ਤੇ ਸੁਗੜ ਕਹੀਏ ਸ੍ਰੇਸ਼ਟ, ਘਾੜਤਾਂ ਦੇ ਘੜਨ ਵਾਲਾ, ਸੋਹਣੀ ਸੋਹਣੀ ਦੁਨੀਆ ਬਣਾਉਣ ਵਾਲਾ, ਐਸਾ ਉਹ ਪਰਮਾਤਮਾ ਹੈ। ਮੇਰੇ ਮਨ ਜਪ ਰਾਮ ਨਾਮ ਨਿਸ਼ਾਨ। ਮਨਾ ਰਾਮ ਦੇ ਨਾਮ ਨੂੰ ਜਪ, ਕਿਉਂਕਿ ਨਾਮ, ਰਾਮ ਦੇ ਨਾਮ ਨੂੰ ਜਦੋਂ ਜਪਣਾ ਨਾ, ਨਿਸ਼ਾਨ ਕਹੀਏ ਪ੍ਰਗਟ ਹੋ ਕੇ ਜਪ, ਨੰਗੇ ਧੜ। ਡਰਨ ਦੀ ਲੋੜ ਨਹੀਂ ਹੈ ਕਿਸੇ ਤੋਂ ਵੀ ਮੈਂ ਨਾਮ ਜਪਾਂਗਾ ਤੇ ਲੋਕ ਕੀ ਕਹਿਣਗੇ, ਫਲਾਣਾ ਕੀ ਆਖੇਗਾ, ਰਿਸ਼ਤੇਦਾਰ ਕੀ ਕਹੇਗਾ, ਮੈਂ ਰਿਸ਼ਤੇਦਾਰਾਂ ਦੇ ਕੋਲ ਗਿਆ ਜੇ ਮੈਂ ਇੱਥੇ ਨਿਤਨੇਮ ਕਰਾਂਗਾ ਤੇ ਇਹ ਮੈਨੂੰ ਕੀ ਕਹਿਣਗੇ। ਇਹ ਕਈ ਵਾਰੀ ਸਾਡੇ ਮਨ ਵਿੱਚ ਇਹੋ ਜਿਹਾ ਭਰਮ ਪੈਦਾ ਹੋ ਜਾਂਦੇ। ਮਹਾਰਾਜ ਕਹਿਣ ਲੱਗੇ ਨਹੀਂ, ਰਾਮ ਦਾ ਨਾਮ ਜਪਣਾ ਹੈ, ਬੇਪਰਵਾਹ ਹੋ ਕੇ ਜਪ, ਕਿਸੇ ਦੀ ਪਰਵਾਹ ਨਾ ਕਰ, ਨਿਸ਼ਾਨ ਤੋਂ ਭਾਵ ਪ੍ਰਗਟ ਹੋ ਕੇ ਉਹਦੇ ਨਾਮ ਨੂੰ ਜਪ। ਫਿਰ ਫਰਮਾਉਂਦੇ ਹਨ, ਮੇਰੇ ਮਨ ਜਪ ਰਾਮ ਨਾਮ ਨਿਸ਼ਾਨ। ਨਿਸ਼ਾਨ ਤੋਂ ਭਾਵ ਹੁੰਦਾ ਪਰਵਾਨਾ, ਪਰਵਾਨਾ ਲੈ ਕੇ ਰਾਮ ਨਾਮ ਜਪ, ਪਰਵਾਨਾ ਤੋਂ ਭਾਵ ਪ੍ਰਵਾਨਗੀ ਲੈ ਕੇ ਨਾ, ਗੁਰੂ ਦੀ ਆਗਿਆ ਲੈ ਕੇ, ਤੇ ਰਾਮ ਦਾ ਨਾਮ ਜਪ। ਗੁਰੂ ਦੀ ਆਗਿਆ ਕੀ ਹੈ? ਗੁਰੂ ਦੇ ਮੁਖ ਦੇ ਵਿੱਚੋਂ ਨਾਮ ਆਪਣੇ ਕੰਨਾਂ ਵਿੱਚ ਪਾਉਣਾ, ਜਿਹਨੂੰ ਆਪਾਂ ਕਹਿੰਦੇ ਆ ਨਾਮ ਲੈਣਾ। ਇਹ ਪ੍ਰਵਾਨਾ ਹੈ ਕਿ ਗੁਰੂ ਦੇ ਕੋਲੋਂ ਨਾਮ ਲੈ, ਪਹਿਲਾਂ ਗੁਰੂ ਕੋਲ ਆ, ਇੱਥੇ ਆ ਕੇ ਤਰਲਾ ਕਰ ਵੀ ਮੈਨੂੰ ਨਾਮ ਦਿਓ ਜੀ, ਤੇ ਫਿਰ ਗੁਰੂ ਤੈਨੂੰ ਨਾਮ ਦੇਵੇਗਾ। ਉਸ ਨਾਮ ਨੂੰ ਜਪ, ਗੁਰੂ ਕੋਲੋਂ ਨਾਮ ਦਾ ਪਰਵਾਨਾ ਲੈ, ਨਾਮ ਦੀ ਪ੍ਰਵਾਨਗੀ ਲੈ, ਤੇ ਫਿਰ ਉਸ ਨਾਮ ਨੂੰ ਜਪੇਗਾ, ਤੇਰਾ ਭਲਾ ਹੋ ਜਾਏਗਾ। ਸਤ ਸੰਗਤ ਮਿਲ ਧਿਆਏ ਤੂੰ, ਹਰ ਹਰ ਬਹੁ ਨਾਮਨ ਜਾਣ। ਗੁਰੂ ਪਾਤਸ਼ਾਹ ਕਹਿਣ ਲੱਗੇ ਸਤ ਸੰਗਤ ਦੇ ਵਿੱਚ ਮਿਲ ਕੇ ਤੂੰ ਧਿਆਏ ਹਰ ਹਰ, ਹਰੀ ਹਰ ਪਰਮੇਸ਼ਰ ਨੂੰ ਧਿਆ। ਸੰਗਤ ਵਿੱਚ ਆ ਕੇ ਕੀ ਕਰਨਾ ਚਾਹੀਦਾ? ਬਹੁਤ ਆਦਤ ਤੇ ਸਾਡੇ ਫੋਨ ਹੀ ਵੱਜਦੇ ਰਹਿੰਦੇ ਸੰਗਤ ਵਿੱਚ ਆ ਕੇ, ਅਸੀਂ ਉਹਨਾਂ ਨੂੰ ਬੰਦ ਕਰਨਾ ਹੀ ਭੁੱਲ ਜਾਂਦੇ, ਸਾਇਲੈਂਟ ਕਰਨਾ ਭੁੱਲ ਜਾਂਦੇ, ਕਿਉਂਕਿ ਪਰਵਾਹ ਨਹੀਂ ਨਾ ਸਾਨੂੰ ਗੁਰੂ ਦੀ। ਜਾਂ ਅਸੀਂ ਸੰਗਤ ਵਿੱਚ ਆ ਕੇ ਇੱਧਰ ਉੱਧਰ ਦੀਆਂ ਗੱਲਾਂ ਇੱਕ ਦੂਜੇ ਨਾਲ ਲੱਗੇ ਰਹਿੰਦੇ। ਮਹਾਰਾਜ ਕਹਿੰਦੇ ਨਹੀਂ, ਸਤ ਸੰਗਤ ਮਿਲ ਧਿਆਏ ਤੂੰ ਹਰ ਹਰ, ਸੰਗਤ ਵਿੱਚ ਬੈਠ ਕੇ ਰੱਬ ਦਾ ਨਾਮ ਜਪ ਜਾਂ ਸਰਵਨ ਕਰ। ਅੱਗੇ ਬਚਨ ਕਰਦੇ ਬਹੁੜ ਨਾ ਆਵਣ ਜਾਣ, ਫਿਰ ਤੇਰਾ ਦੁਨੀਆ ਵਿੱਚ ਜਨਮ ਲੈ ਕੇ ਆਉਣਾ ਨਹੀਂ ਹੋਵੇਗਾ ਤੇ ਮਰ ਕੇ ਦੁਨੀਆ ਤੋਂ ਜਾਣਾ ਨਹੀਂ ਹੋਵੇਗਾ। ਸਤ ਸੰਗਤ ਵਿੱਚ ਬੈਠ ਕੇ ਨਾਮ ਜਪਦੇ ਆ, ਕੀ ਮਿਲਦਾ ਹੈ? ਕਹਿਣ ਲੱਗੇ ਸੰਗਤ ਵਿੱਚ ਬੈਠ ਕੇ ਜਪਿਆ ਨਾਮ
ਤੈਨੂੰ ਸੰਸਾਰ ਵਿੱਚ ਜਨਮ ਲੈ ਕੇ ਨਹੀਂ ਆਉਣ ਦੇਵੇਗਾ ਤੇ ਮਰ ਕੇ ਨਹੀਂ ਜਾਣਾ ਪੈਂਦਾ ਹੈ। ਰਹਾਉ ਆਪੇ ਹੀ ਗੁਣ ਵਰਤਦਾ ਪਿਆਰਾ, ਆਪੇ ਹੀ ਪਰਵਾਨ। ਪਰਮਾਤਮਾ ਤਿੰਨ ਗੁਣ ਜਿਹੜੇ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹ ਤਿੰਨਾਂ ਗੁਣਾਂ ਦੇ ਵਿੱਚ ਆਪੇ ਹੀ ਵਰਤਦਾ ਪਿਆ ਹੈ। ਆਪੇ ਹੀ ਫਰਮਾਨ, ਤੇ ਆਪ ਹੀ ਫਿਰ ਫਰਮਾਨ ਕਹੀਏ ਹੁਕਮ ਕਰਦਾ ਪਿਆ। ਉਹਦੇ ਹੁਕਮ ਵੀ ਆਪਣੇ ਹੀ ਚੱਲਦੇ ਪਏ, ਐਸਾ ਉਹ ਪਰਮਾਤਮਾ ਹੈ। ਆਪੇ ਬਖਸ਼ ਕਰਾਏ ਦਾ ਪਿਆਰਾ, ਆਪੇ ਸੱਚ ਨਿਸ਼ਾਨ। ਪਰਮਾਤਮਾ ਬਖਸ਼ਿਸ਼ ਵੀ ਆਪੇ ਕਰਦਾ, ਬਖਸ਼ ਨਾਮ ਮਿਹਰ ਵੀ ਆਪੇ ਕਰਦਾ। ਜੇ ਨਾਮ ਜਪਣਾ ਤੇ ਉਹਦੀ ਮਿਹਰ ਜ਼ਰੂਰੀ ਹੈ, ਕਿਰਪਾ ਜ਼ਰੂਰੀ ਹੈ। ਆਪੇ ਬਖਸ਼ ਕਰਾਏ ਦਾ, ਉਹ ਬਖਸ਼ਿਸ਼ ਵੀ ਆਪ ਕਰਦਾ, ਨਾਮ ਦਿੰਦਾ। ਤੇ ਬਖਸ਼ ਤੋਂ ਭਾਵ ਕਿ ਬਖਸ਼ ਵੀ ਆਪੇ ਲੈਂਦਾ, ਮਾਫ ਵੀ ਆਪੇ ਕਰ ਦਿੰਦਾ। ਜਦੋਂ ਮਾਫੀ ਦੇਣ ਦੀ ਗੱਲ ਆਉਂਦੀ ਹੈ ਨਾ, ਉਹ ਮਾਫ ਵੀ ਕਰ ਦਿੰਦਾ ਹੈ। ਆਪੇ ਸੱਚ ਨਿਸ਼ਾਨ, ਆਪ ਹੀ ਸੱਚ ਦਾ ਨਿਸ਼ਾਨ ਦੇਣ ਵਾਲਾ, ਸੱਚ ਦਾ ਪਰਵਾਨਾ ਦੇਣ ਵਾਲਾ ਉਹ ਪਰਮਾਤਮਾ ਆਪ ਬਖਸ਼ਿਸ਼ ਕਰਦਾ ਹੈ। ਆਪੇ ਹੁਕਮ ਵਰਤਦਾ ਪਿਆਰਾ, ਆਪੇ ਹੀ ਫਰਮਾਨ। ਪਰਮਾਤਮਾ ਦਾ ਹੁਕਮ ਸਾਰਿਆਂ ਥਾਵਾਂ ਤੇ ਵਰਤਦਾ ਪਿਆ। ਗੁਰਮੁਖਾਂ ਨੂੰ ਆਪ ਉਸਨੇ ਆਪਣੇ ਹੁਕਮ ਦੇ ਵਿੱਚ ਲਾਇਆ ਹੋਇਆ ਹੈ। ਆਪੇ ਹੁਕਮ, ਉਹਦਾ ਹੁਕਮ ਵਰਤਦਾ ਭਾਈ ਸਾਰਿਆਂ ਥਾਵਾਂ ਤੇ। ਮਨਮੁਖ ਆਖਦੇ ਅਸੀਂ ਮੰਨਣਾ ਨਹੀਂ ਮੰਨਣਾ ਤੇ ਨਾ ਮੰਨੋ, ਹੁਕਮ ਤੇ ਫਿਰ ਵੀ ਉਸ ਦਾ ਹੀ ਹੈ। ਗੁਰਮੁਖ ਉਸ ਦੇ ਹੁਕਮ ਨੂੰ ਮੰਨਦੇ ਪਏ, ਆਪ ਹੀ ਹੁਕਮ ਰੂਪ ਹੋ ਕੇ ਵਰਤਦਾ ਪਿਆ। ਆਪੇ ਹੀ ਫਰਮਾਨ, ਆਪੇ ਹੀ ਉਹ ਫਰਮਾਨ ਕਰਦਾ, ਆਪੇ ਹੀ ਹੁਕਮ ਕਰਦਾ, ਐਸਾ ਉਹ ਪਰਮਾਤਮਾ ਹੈ। ਆਪੇ ਭਗਤ ਭੰਡਾਰ ਹੈ ਪਿਆਰਾ, ਆਪੇ ਦੇਵੈ ਦਾਨ। ਪੁਰਖ ਆਪੇ ਹੀ ਭਗਤੀ ਦਾ ਭੰਡਾਰਾ ਹੈ। ਭਗਤੀ ਦਾ ਭੰਡਾਰਾ ਕੀ ਹੈ? ਆਪ ਹੀ ਪਰਮੇਸ਼ਰ ਗੁਰੂ ਰੂਪ ਹੈ। ਗੁਰੂ ਰੂਪ ਹੋ ਕੇ ਭਗਤੀ ਦਾ ਖਜ਼ਾਨਾ ਭਰ ਕੇ ਬੈਠਾ ਹੋਇਆ। ਆਪੇ ਦੇਵੈ ਦਾਨ, ਆਪਣੇ ਸਿੱਖਾਂ ਨੂੰ ਨਾਮ ਦਾ ਦਾਨ ਗੁਰੂ ਬਣ ਕੇ ਆਪੇ ਹੀ ਦਿੰਦਾ ਪਿਆ। ਉਹ ਐਸਾ ਪਰਮਾਤਮਾ ਹੈ। ਭਗਤੀ ਦੇ ਭੰਡਾਰੇ ਉਹਦੇ ਕੋਲ ਭਰੇ ਹੋਏ ਨੇ, ਗੁਰੂ ਦੇ ਕੋਲ। ਤੇ ਗੁਰੂ ਦਾ ਚੇਲਾ ਬਣ ਕੇ, ਸੇਵਕ ਬਣ ਕੇ, ਸਿੱਖ ਬਣ ਕੇ ਗੁਰੂ ਦੇ ਕੋਲੋਂ ਗੁਰਮੁਖਾ ਇਹ ਨਾਮ ਦਾ ਖਜ਼ਾਨਾ ਲੈਣਾ ਕਰ। ਆਪੇ ਸੇਵ ਕਰਾਏ ਦਾ ਪਿਆਰਾ, ਆਪ ਦਵਾਵੈ ਮਾਣ। ਪਰਮਾਤਮਾ ਆਪੇ ਸੇਵਾ ਕਰਾਉਂਦਾ ਹੈ। ਸੇਵਾ ਕਰਨ ਦੇ ਸਮਰੱਥ ਵੀ ਆਪੇ ਬਣਾ ਦਿੰਦਾ। ਉਹਦੀ ਕਿਰਪਾ ਬਿਨਾਂ ਸੇਵਾ ਵੀ ਨਹੀਂ ਹੁੰਦੀ ਹੈ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ। ਸੇਵਾ ਮੁਕਤੀ ਦਿੰਦੀ ਹੈ, ਪਦਾਰਥ ਦਿੰਦੀ ਹੈ, ਸਾਰਾ ਕੁਝ ਹੀ ਦਿੰਦੀ ਹੈ, ਪਰ ਸੇਵਾ ਕਰਦਾ ਉਹ ਹੈ ਜਿਹਦੇ ਕੋਲੋਂ ਉਹ ਆਪ ਕਰਾਉਂਦਾ ਹੈ। ਸਤਿਗੁਰੂ ਪਾਤਸ਼ਾਹ ਫਰਮਾਉਂਦੇ, ਆਪੇ ਸੇਵ ਕਰਾਏ ਦਾ ਪਿਆਰਾ। ਉਹ ਪਰਮਾਤਮਾ ਆਪਣੀ ਸੇਵਾ ਵਿੱਚ ਆਪੇ ਲਾਉਂਦਾ ਹੈ। ਆਪ ਦਿਵਾਵੈ ਮਾਨ, ਫਿਰ ਸੇਵਾ ਵਿੱਚ ਲਾ ਕੇ ਮਾਨ ਵਡਿਆਈ ਦਿਵਾਉਂਦਾ ਹੈ। ਜਿਵੇਂ ਸੇਵਾ ਕੀਤੀ ਹੈ ਭਾਈ ਸਾਹਿਬ, ਭਾਈ ਲਹਿਣਾ ਸਾਹਿਬ ਜੀਆਂ ਨੇ, ਗੁਰੂ ਅੰਗਦ ਸਾਹਿਬ ਪ੍ਰਾਪਤ ਹੋ ਕੇ ਵਡਿਆਈ ਨੂੰ ਪ੍ਰਾਪਤ ਹੋਏ। ਸੇਵਾ ਕੀਤੀ ਹੈ ਇਸੇ ਤਰ੍ਹਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਨੇ, ਗੁਰੂ ਬਣ ਕੇ ਵਡਿਆਈ ਨੂੰ ਪ੍ਰਾਪਤ ਹੋਵੇ। ਸੋ ਸੇਵਾ ਨੂੰ ਵੀ ਆਪ ਹੀ ਲਾਇਆ ਤੇ ਸੇਵਾ ਕਰਾ ਕੇ ਫਿਰ ਮਾਣ ਕਹੀਏ ਵਡਿਆਈ ਵੀ ਆਪ ਹੀ ਦਿੰਦਾ ਹੈ। ਐਸਾ ਉਹ ਪਰਮਾਤਮਾ ਗੁਰੂ ਰੂਪ ਹੈ। ਜਿਵੇਂ ਬਾਬਾ ਬੁੱਢਾ ਸਾਹਿਬ ਨੇ ਸੇਵਾ ਕੀਤੀ ਹੈ, ਬਾਬਾ ਦੀਪ ਸਿੰਘ ਮਹਾਂਪੁਰਖਾਂ ਨੇ ਸੇਵਾ ਕੀਤੀ ਹੈ, ਇਸ ਤਰ੍ਹਾਂ ਦੇ ਸੇਵਾ ਕਰਨ ਵਾਲੇ ਗੁਰਸਿੱਖ ਵਡਿਆਈ ਨੂੰ ਪ੍ਰਾਪਤ ਹੁੰਦੇ ਹਨ। ਆਪੇ ਤਾੜੀ ਲਾਏ ਦਾ ਪਿਆਰਾ, ਆਪੇ ਗੁਣੀ ਨਿਧਾਨ। ਨਾਮ ਗੁਰਮੁਖੋ ਸਮਾਧੀ ਦਾ ਹੈ। ਉਹ ਪਰਮਾਤਮਾ ਸਮਾਧੀ ਲਾਉਣ ਵਾਲਾ ਵੀ ਆਪ ਹੈ। ਇਹੋ ਜੀ ਸਮਾਧੀ ਲਾਉਂਦਾ, ਉੱਠਦਾ ਹੀ ਨਹੀਂ ਹੈ ਧਿਆਨ ਦੇ ਵਿੱਚੋਂ। ਆਪ ਗੁਰੂ ਹੋ ਕੇ ਸਮਾਧੀ ਲਾਉਂਦਾ ਹੈ। ਆਪ ਉਹ ਸਿੱਖ ਹੋ ਕੇ ਸਿਮਰਨ ਵਿੱਚ, ਨਾਮ ਦੇ ਵਿੱਚ ਬੈਠਾ ਹੋਇਆ ਹੈ। ਜਿਹੜਾ ਅਸੀਂ ਸਮਾਧੀ ਲਾ ਕੇ ਬੈਠਦੇ ਨਾ, ਚੌਂਕੜਾ ਲਾ ਕੇ ਕਥਾ ਸੁਣਦੇ, ਕੀਰਤਨ ਸੁਣਦੇ, ਪਾਠ ਸੁਣਦੇ ਜਾਂ ਪਾਠ ਕਰਦੇ, ਇਹ ਜਿਹੜੀ ਸਮਾਧੀ ਲੱਗੀ ਹੈ, ਸਮਾਧੀ ਵੀ ਸਾਡੇ ਕੋਲ ਉਸ ਨੇ ਆਪ ਲਵਾਈ ਹੋਈ ਹੈ। ਆਪੇ ਗੁਣੀ ਨਿਧਾਨ, ਉਹ ਪਰਮਾਤਮਾ ਆਪ ਹੀ ਭਾਈ ਗੁਣਾਂ ਦਾ ਖਜ਼ਾਨਾ ਹੈ। ਸਾਰਿਆਂ ਨੂੰ ਆਪ ਹੀ ਗੁਣ ਵੰਡਣ ਵਾਲਾ ਹੈ। ਆਪੇ ਵੱਡਾ ਆਪ ਹੈ ਪਿਆਰਾ, ਆਪੇ ਹੀ ਪ੍ਰਧਾਨ। ਪਰਮਾਤਮਾ ਵੱਡਾ ਵੀ ਆਪੇ ਹੀ, ਉਹਦੇ ਵਰਗਾ ਵੱਡਾ ਕੋਈ ਨਹੀਂ ਜੇ ਹੈਗਾ ਦੁਨੀਆ ਦੇ ਵਿੱਚ। ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਸੋ ਉਹ ਪਰਮਾਤਮਾ ਅਤ ਉੱਚਾ ਹੈ, ਅਤ ਵੱਡਾ ਹੈ। ਆਪੇ ਮਹਾਰਾਜ ਕਹਿਣ ਲੱਗੇ ਕਿ ਉਹ ਪਰਮਾਤਮਾ ਜੋ ਹੈ ਆਪੇ ਵੱਡਾ, ਆਪ ਹੈ ਪਿਆਰਾ, ਆਪੇ ਹੀ ਪ੍ਰਧਾਨ। ਉਹ ਪ੍ਰਧਾਨ ਕਹੀਏ ਮੁਖੀ ਵੀ ਆਪ ਹੀ ਹੈ। ਸੋ ਦੁਨੀਆ ਦੇ ਪ੍ਰਧਾਨ ਤੇ 2-4 ਬੰਦਿਆਂ ਦੇ ਹੋ ਸਕਦੇ, 1-2 ਦੇਸ਼ਾਂ ਦੇ ਪ੍ਰਧਾਨ ਹੋ ਸਕਦੇ, ਪਰ ਉਹ ਪਰਮਾਤਮਾ ਸਾਰੀ ਦੁਨੀਆ ਦਾ ਪ੍ਰਧਾਨ ਹੈ, ਸਾਰੀ ਦੁਨੀਆ ਦਾ ਮੁਖੀ ਉਹ ਆਪ ਹੀ ਹੈ।
ਆਪਣੇ ਫੈਸਲੇ ਉਹ ਆਪ ਕਰਦਾ ਹੈ। ਆਪੇ ਕੀਮਤ ਪਾਏ ਦਾ ਪਿਆਰਾ, ਆਪੇ ਤੁਲ ਪ੍ਰਵਾਨ। ਆਪਣੀ ਕੀਮਤ ਉਹ ਆਪ ਹੀ ਪਾਉਂਦਾ ਹੈ, ਉਹਦੀ ਕੀਮਤ ਉਹਦੇ ਬਿਨਾਂ ਪਾਈ ਨਹੀਂ ਜਾ ਸਕਦੀ ਹੈ, ਕਿਉਂਕਿ ਉਸ ਦੀ ਕੀਮਤ ਕਿਸੇ ਦੇ ਹੱਥ ਵਿੱਚ ਹੈ ਹੀ ਨਹੀਂ ਕੋਈ ਉਹਦੀ ਕੀਮਤ ਪਾ ਲਵੇ। ਉਹ ਪਰਮਾਤਮਾ ਬੇਅੰਤ ਹੈ ਭਾਈ, ਉਹਦੀ ਕੀਮਤ ਕੋਈ ਪਾ ਨਹੀਂ ਸਕਦਾ, ਉਹ ਆਪਣੀ ਕੀਮਤ ਨੂੰ ਆਪ ਹੀ ਜਾਣਦਾ ਹੈ। ਆਪੇ ਤੁਲ, ਆਪ ਹੀ ਤੁਲ ਕਹੀਏ ਵੀ ਉਹ ਤਕੜੀ ਰੂਪ ਹੈ। ਆਪੇ ਪ੍ਰਵਾਨ, ਤੇ ਪ੍ਰਵਾਨ ਕਹੀਏ ਵੱਟਾ ਰੂਪ ਵੀ ਆਪ ਹੀ ਹੈ। ਵੱਟਾ ਵੀ ਆਪ ਬਣ ਜਾਂਦਾ, ਤਕੜੀ ਵੀ ਆਪ ਹੀ ਉਹ ਬਣਿਆ ਹੋਇਆ। ਤਕੜੀ ਬਣ ਕੇ ਆਪ ਹੀ ਤੋਲਣ ਵਾਲਾ, ਅਤੇ ਵੱਟਾ ਬਣ ਕੇ ਆਪ ਹੀ ਉਹ ਵੇਟ ਕਰਨ ਵਾਲਾ ਹੈ, ਤੋਲ ਕਰਨ ਵਾਲਾ ਹੈ। ਐਸਾ ਉਹ ਪਰਮਾਤਮਾ ਹੈ। ਜਾਂ ਆਪਾਂ ਕਹਿ ਲਈਏ ਉਹ ਬੁੱਧੀ ਰੂਪੀ ਤਕੜੀ ਹੈ, ਤੇ ਵਿਚਾਰ ਰੂਪੀ ਪਰਮਾਤਮਾ ਵੱਟਾ ਹੈ, ਜੋ ਸਾਰੀ ਦੁਨੀਆ ਨੂੰ ਤੋਲ ਕੇ ਵਿਚਾਰ ਕੇ ਬਖਸ਼ਿਸ਼ਾਂ ਕਰਦਾ ਹੈ। ਆਪੇ ਤੁਲ ਤੁਲਾਏ ਦਾ ਪਿਆਰਾ, ਜਨ ਨਾਨਕ ਸਤ ਕੁਰਬਾਨ। ਪਰਮਾਤਮਾ ਆਪ ਅਤੁੱਲ ਰੂਪ ਹੈ, ਤੋਲਿਆ ਨਹੀਂ ਜਾ ਸਕਦਾ। ਅਗਮ ਅਗੋਚਰ ਅਤ ਵੱਡਾ, ਅਤੁੱਲ ਕਿਉਂ ਤੁਲਿਆ ਜਾਏ। ਉਹ ਪਰਮਾਤਮਾ ਅਤੁੱਲ ਹੈ, ਉਹਦਾ ਕਿਸੇ ਨਾਲ ਮਾਪ ਨਾਪ ਵਜਨ ਵੇਟ ਕੁਝ ਨਹੀਂ ਹੋ ਸਕਦਾ, ਐਸਾ ਉਹ ਸਮਰੱਥ ਹੈ। ਆਪੇ ਅਤੁੱਲ ਤੁਲਾਏ ਦਾ ਪਿਆਰਾ, ਆਪ ਹੀ ਉਹ ਤੁਲਾਏਪਨ ਹੋਣ ਵਾਲਾ, ਆਪ ਹੀ ਤੁਲਣ ਵਾਲਾ ਹੈ। ਇਹ ਸਾਰੀਆਂ ਬਖਸ਼ਿਸ਼ਾਂ ਉਹਦੇ ਕੋਲ, ਆਪਣੇ ਕੋਲ ਹੀ ਹਨ। ਸੋ ਜਨ ਨਾਨਕ ਸਤ ਕੁਰਬਾਨ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਭਾਈ ਉਸ ਪਰਮਾਤਮਾ ਤੋਂ ਕੁਰਬਾਨ ਜਾਈਏ, ਸਦਕੇ ਜਾਈਏ, ਜਿਹੜਾ ਕਿਸੇ ਦੇ ਤੋਲ ਹੀ ਨਹੀਂ ਸਕਦਾ ਹੈ, ਪਰ ਆਪਣੀ ਮਰਜ਼ੀ ਦੇ ਨਾਲ ਆਪਣੇ ਆਪ ਨੂੰ ਤੁਲਾ ਲੈਂਦਾ ਹੈ। ਐਸੇ ਪਰਮਾਤਮਾ ਤੋਂ ਬਲਿਹਾਰ ਜਾਣਾ ਕਰੀਏ। ਸੋਰਠ ਮਹੱਲਾ ਚੌਥਾ। ਆਪੇ ਸੇਵਾ ਲਾਏ ਦਾ ਪਿਆਰਾ, ਆਪੇ ਭਗਤ ਉਮਾਹਾ। ਉਹ ਅਕਾਲ ਪੁਰਖ ਆਪਣੀ ਸੇਵਾ ਵਿੱਚ ਆਪੇ ਲਾਉਂਦਾ, ਉਹਦੇ ਹੁਕਮ ਬਿਨਾਂ ਉਹਦੀ ਸੇਵਾ ਨਹੀਂ ਹੁੰਦੀ। ਕਈ ਵਾਰੀ ਅਸੀਂ ਸੇਵਾ ਨੂੰ ਹੱਥ ਪਾ ਲੈਂਦੇ ਨਾ, ਝਾੜੂ ਹੱਥ ਵਿੱਚ ਫੜ ਹੀ ਲਿਆ, ਕੰਮ ਇਹੋ ਜਿਹਾ ਯਾਦ ਆ ਗਿਆ, ਉੱਥੇ ਹੀ ਰੱਖ ਦਿੱਤਾ। ਸਭ ਤੋਂ ਵੱਡੀ ਸੇਵਾ ਪਰਮਾਤਮਾ ਦੀ ਜਿਹੜੀ ਕਰਨੀ ਹੈ ਨਾ, ਹੁਣ ਕੁਝ ਲੋਕਾਂ ਦਾ ਸਵਾਲ ਇਹ ਹੁੰਦਾ ਵੀ ਮੈਂ ਤਾਂ ਬੁੱਢਾ ਹੋ ਗਿਆ, ਮੇਰੇ ਤੇ ਹੁਣ ਹੱਡ ਪੈਰ ਕੰਮ ਨਹੀਂ ਕਰਦੇ, ਮੈਂ ਹੁਣ ਸੇਵਾ ਕਰ ਨਹੀਂ ਸਕਦਾ। ਪਰਮਾਤਮਾ ਦੀ ਸਭ ਤੋਂ ਵੱਡੀ ਸੇਵਾ ਪਰਮਾਤਮਾ ਦਾ ਨਾਮ ਜਪਣਾ ਹੈ। ਨਾਮ ਤੂੰ ਆਪਣੇ ਘਰ ਵਿੱਚ ਬੈਠ ਕੇ ਕੁਰਸੀ ਤੇ ਬੈਠਾ ਹੋਇਆ, ਸੋਫੇ ਤੇ ਬੈਠਾ ਹੋਇਆ, ਪਲੰਘੇ ਤੇ ਬੈਠਾ ਹੋਇਆ, ਜਦੋਂ ਮਰਜ਼ੀ ਬੈਠਾ ਹੋਇਆ ਵਾਹਿਗੁਰੂ ਮੰਤਰ ਜਪ ਸਕਦਾ। ਇਹ ਹੈ ਸਾਰਿਆਂ ਤੋਂ ਵੱਡੀ ਸੇਵਾ ਪਰਮਾਤਮਾ ਦੀ। ਆਪੇ ਸੇਵਾ ਲਾਏ ਦਾ ਪਿਆਰਾ, ਆਪਣੀ ਸੇਵਾ ਵਿੱਚ ਗੁਰਸਿੱਖਾਂ ਗੁਰਮੁਖਾਂ ਨੂੰ ਉਸਨੇ ਆਪ ਲਾਇਆ ਹੋਇਆ ਹੈ। ਆਪੇ ਭਗਤ ਉਮਾਹਾ, ਅਤੇ ਉਮਾਹਾ ਕਹੀਏ ਉਤਸ਼ਾਹ, ਖੁਸ਼ੀ, ਨਾਮ ਜਪਣ ਦੀ ਖੁਸ਼ੀ, ਨਾਮ ਜਪਣ ਦਾ ਚਾਅ, ਇਹ ਵੀ ਪਰਮਾਤਮਾ ਆਪ ਹੀ ਲਾਉਂਦਾ। ਕਈ ਵਾਰੀ ਅਸੀਂ ਨਿਤਨੇਮ ਕਰਦੇ ਨਾ, ਪਾਠ ਕਰਦੇ, ਮਨ ਵਿੱਚ ਬੜਾ ਹੀ ਗੁੱਸਾ ਹੁੰਦਾ ਵੀ ਮੈਂ ਕਿਹੜੇ ਕੰਮ ਲੱਗਾ ਹੋਇਆ, ਇਹ ਪਤਾ ਨਹੀਂ ਕਦੋਂ ਪੂਰਾ ਹੋਵੇਗਾ। ਉਹ ਚਾਅ ਨਹੀਂ ਹੈ, ਬੰਦਿਸ਼ ਬਣੀ ਹੋਈ ਹੈ ਵੀ ਪਤਾ ਨਹੀਂ ਮੈਂ ਕੀ ਕਰਾਂਗਾ। ਪਰ ਜਿਹੜੇ ਗੁਰਮੁਖ ਨੇ ਨਾ, ਉਹਨਾਂ ਦੇ ਅੰਦਰ ਉਹ ਚਾਅ ਪੈਦਾ ਕਰ ਦਿੰਦਾ, ਉਤਸ਼ਾਹ, ਉਹ ਖੁਸ਼ੀ ਦੇ ਨਾਲ ਹੀ ਉਹਦੇ ਨਾਮ ਨੂੰ ਜਪਣ ਵਿੱਚ ਲੱਗੇ ਹਨ। ਆਪੇ ਗੁਣ ਗਵਾਏ ਦਾ ਪਿਆਰਾ, ਆਪੇ ਸ਼ਬਦ ਸਮਾਹਾ। ਆਪਣੇ ਗੁਣ ਆਪ ਕਹਿੰਦਾ ਵੀ ਗਾ, ਜਿਹੜੇ ਉਹਦੇ ਗੁਣ ਨੇ ਨਾ, ਉਹਦੀ ਕਿਰਪਾ ਬਿਨਾਂ ਗਾਏ ਨਹੀਂ ਜਾ ਸਕਦੇ। ਤੇਰੇ ਕਵਨ ਕਵਨ ਗੁਣ, ਤੇਰੇ ਗੁਣ ਤੇ ਬੜੇ ਨੇ, ਬੇਅੰਤ ਨੇ, ਪਰ ਮੈਂ ਕਹਿ ਕੇ ਗਾ ਨਹੀਂ ਸਕਦਾ। ਕਿਉਂ ਨਹੀਂ ਗਾ ਸਕਦਾ? ਕਿਉਂਕਿ ਮੇਰੇ ਵਿੱਚ ਸਮਰੱਥਾ ਨਹੀਂ ਨਾ, ਇੰਨਾ ਬਲ ਨਹੀਂ ਨਾ ਹੈਗਾ। ਤੁਸੀਂ ਕਿਰਪਾ ਕਰੋ। ਆਪੇ ਗੁਣ ਗਾਵਾਏ ਦਾ ਪਿਆਰਾ, ਆਪਣੇ ਗੁਣਾਂ ਨੂੰ, ਆਪਣੀ ਸਿਫਤ ਨੂੰ, ਜਿਹਦੇ ਸਿਰ ਤੇ ਉਹ ਮਿਹਰ ਦਾ ਹੱਥ ਰੱਖੇ ਉਹੀ ਗਾ ਸਕਦਾ ਹੈ। ਆਪੇ ਸ਼ਬਦ ਸਮਾਹਾ, ਆਪ ਹੀ ਉਪਦੇਸ਼ ਦੇ ਕੇ, ਤੇ ਫਿਰ ਸ਼ਬਦ ਵਿੱਚ ਸਮਾਹਾ ਕਹੀਏ ਉਹ ਸਮਾਇਮਾਨ ਹੋ ਜਾਂਦਾ ਹੈ, ਸ਼ਬਦ ਵਿੱਚ ਸਮਾ ਦਿੰਦਾ ਇਸ ਜੀਵ ਨੂੰ, ਉਪਦੇਸ਼ ਦੇ ਵਿੱਚ ਮਿਲਾ ਲੈਂਦਾ ਹੈ। ਗੁਰਸਿੱਖ ਗੁਰੂ ਕੇ ਪਿਆਰੇ, ਬਚਨ ਮੰਨਣ ਵਾਲੇ, ਸ਼ਬਦ ਦੀ ਕਮਾਈ ਕਰਨ ਵਾਲੇ, ਸ਼ਬਦ ਕਮਾ ਕੇ ਉਹਦੇ ਵਿੱਚ ਸਮਾ ਜਾਂਦੇ, ਲੀਨ ਹੋ ਜਾਂਦੇ, ਐਸੀ ਦਾਤ ਪ੍ਰਾਪਤ ਹੁੰਦੀ ਹੈ। ਆਪੇ ਲੇਖਣ ਆਪ ਲੇਖਾਰੀ, ਆਪੇ ਲੇਖ ਲਿਖਾ। ਪਰਮਾਤਮਾ ਲੇਖਣ ਕਹੀਏ ਕਲਮ, ਲਿਖਣ ਵਾਲੀ, ਉਹ ਪਰਮਾਤਮਾ ਕਲਮ ਵੀ ਭਾਈ ਆਪ ਹੀ ਹੈ, ਜਿਹੜੀ ਲੇਖ ਲਿਖਦੀ ਪਈ ਹੈ। ਜੈਸੀ ਕਲਮ ਵੁੜੀ ਹੈ ਮਸਤਕ, ਤੈਸੀ ਜੀੜੇ ਪਾਸ। ਸਾਡੇ ਮੱਥੇ ਤੇ ਨਾ ਲੇਖ ਲਿਖਿਆ ਹੋਇਆ ਪਰਮਾਤਮਾ ਨੇ। ਕਹਿਣ ਲੱਗੇ ਉਹ ਲੇਖ ਲਿਖਣ ਵਾਸਤੇ ਜਿਹੜੀ ਕਲਮ ਹੈ ਨਾ, ਉਹ ਪਰਮਾਤਮਾ ਆਪ ਹੀ ਹੈ। ਆਪੇ ਲੇਖਣ ਆਪ ਲਿਖਾਰੀ, ਤੇ ਲਿਖਾਰੀ ਬਣ ਕੇ ਉਹਨਾਂ ਲੇਖਾਂ ਨੂੰ ਲਿਖਦਾ ਵੀ ਪਿਆ। ਮੁਨੀਮ ਵੀ ਆਪੇ ਲੱਗਾ, ਮੁਨਸ਼ੀ ਵੀ ਆਪੇ ਹੀ ਲੱਗਾ ਹੋਇਆ, ਲਿਖਣ ਵਾਲਾ ਵੀ ਆਪ ਹੈ, ਕਲਮ ਵੀ ਆਪ ਹੈ। ਤੇ ਪਾਤਸ਼ਾਹ ਕਹਿਣ ਲੱਗੇ ਆਪੇ ਲੇਖ ਲਿਖਾ, ਆਪ ਹੀ ਉਹ ਫਿਰ ਲੇਖਾਂ ਨੂੰ ਲਿਖਣ ਵਾਲਾ, ਆਪੇ ਹੀ ਲੇਖ ਲਿਖਦਾ ਪਿਆ।
ਐਸਾ ਉਹ ਪਰਮਾਤਮਾ ਹੈ। ਫਿਰ ਮਹਾਰਾਜ ਬਖਸ਼ਿਸ਼ ਕਰਦੇ ਹਨ। ਆਪੇ ਲੇਖਣ ਆਪ ਲੇਖਾਰੀ, ਆਪੇ ਲੇਖ ਲਿਖਾਹਾ। ਪਰਮਾਤਮਾ ਲੇਖਣ ਕਹੀਏ, ਹੁਕਮ ਰੂਪੀ ਕਲਮ ਵੀ ਆਪ ਹੀ ਹੈ। ਇਹ ਜਿਹੜਾ ਉਹਦਾ ਹੁਕਮ ਹੈ ਨਾ, ਇਹ ਹੁਕਮ ਸਾਡੇ ਮੱਥੇ ਤੇ ਉਹਨੇ ਲਿਖਿਆ ਹੈ। ਹੁਕਮ ਰੂਪੀ ਕਲਮ ਆਪ ਹੀ ਉਹ ਵਾਹੁਣ ਵਾਲਾ ਹੈ ਅਤੇ ਆਪ ਹੀ ਲੇਖਣ ਕਹੀਏ, ਬਰਮਾ ਬਣ ਕੇ ਲੇਖਾਂ ਨੂੰ ਲਿਖਦਾ। ਇੱਕ ਭੰਡਾਰੀ, ਇੱਕ ਸੰਸਾਰੀ, ਇੱਕ ਲਾਏ ਦੀਵਾਨ। ਇਹ ਬਚਨ ਆਪਾਂ ਪੜ੍ਹਦੇ ਹਾਂ ਨਾ। ਸੋ ਕਹਿਣ ਲੱਗੇ, ਇੱਕ ਭੰਡਾਰੀ, ਇੱਕ ਤੇ ਹੈ ਭੰਡਾਰ ਦਾ ਮਾਲਕ, ਖਜ਼ਾਨੇ ਦਾ ਮਾਲਕ, ਦੇਣ ਵਾਲਾ। ਇੱਕ ਸੰਸਾਰੀ, ਇੱਕ ਜੀਵਾਂ ਨੂੰ ਪੈਦਾ ਕਰਨ ਵਾਲਾ। ਇੱਕ ਲਾਏ ਦੀਵਾਨ, ਇੱਕ ਦੁਨੀਆ ਨੂੰ ਨਾਸ ਕਰਨ ਵਾਲਾ। ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ ਵਰਗੇ ਜਿਹੜੇ ਦੇਵਤੇ ਨੇ, ਸੋ ਇਹ ਦੇਵਤੇ ਆਪ ਹੀ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿ ਕੇ ਤੇ ਲਿਖਣ ਵਾਲੇ ਲੱਗੇ ਹੋਏ ਨੇ। ਆਪ ਹੀ ਲਿਖਦੇ ਪਏ, ਹੁਕਮ ਰੂਪੀ ਕਲਮ ਦੇ ਨਾਲ ਇਹ ਲੇਖ ਨੂੰ ਲਿਖਦੇ ਪਏ ਜੀਵਾਂ ਦੇ ਮੱਥੇ ਦੇ ਉੱਪਰ। ਤੇ ਆਪੇ ਲੇਖ ਲਿਖਾਹਾ, ਉਹ ਪਰਮਾਤਮਾ ਆਪ ਹੀ ਭਾਈ ਇਹਨਾਂ ਸਾਰਿਆਂ ਦੇ ਕੋਲੋਂ ਇਹ ਸਾਰੇ ਕਾਰਜ ਕਰਵਾਉਂਦਾ ਪਿਆ, ਲੇਖਾਂ ਨੂੰ ਲਿਖਾਉਂਦਾ ਹੈ। ਮੇਰੇ ਮਨ ਜਪ ਰਾਮ ਨਾਮ ਓ ਮਹਾ। ਕਰਕੇ ਆ ਮੇਰਿਆ ਮਨਾ, ਰਾਮ ਦੇ ਨਾਮ ਨੂੰ ਜਦੋਂ ਜਪਣਾ ਨਾ, ਚਾਅ ਦੇ ਨਾਲ ਜਪਣਾ, ਖੁਸ਼ੀ ਦੇ ਨਾਲ ਜਪਣਾ। ਇਹ ਬੰਦਸ਼ ਕੋਈ ਨਹੀਂ ਹੈ। ਤੇਰੇ ਸਿਰ ਦੇ ਉੱਪਰ ਡੰਡਾ ਲੈ ਕੇ ਨਹੀਂ ਕੋਈ ਖਲੋਤਾ ਵੀ ਤੈਨੂੰ ਜਪਣਾ ਹੀ ਪੈਣਾ। ਜੇ ਡੰਡੇ ਨਾਲ ਨਾਮ ਜਪਾਇਆ ਜਾਂਦਾ ਹੋਵੇ ਤੇ ਫਿਰ ਸਾਰੀ ਦੁਨੀਆ ਨੂੰ ਨਾਮ ਜਪਣ ਵਿੱਚ ਲਾ ਲਈਏ। ਜੇ ਲਾਲਚ ਦੇ ਕੇ ਨਾਮ ਜਪਾਇਆ ਜਾਂਦਾ ਹੋਵੇ ਤੇ ਸਾਰੀ ਦੁਨੀਆ ਨੂੰ ਨਾਮ ਜਪਣ ਵਿੱਚ ਲਾ ਲਈਏ। ਨਾਮ ਨਾ ਤੇ ਲਾਲਚ ਵਿੱਚ ਜਪਿਆ ਜਾ ਸਕਦਾ, ਨਾ ਡਰ ਦੇ ਵਿੱਚ, ਕਿਸੇ ਦੇ ਡੰਡੇ ਦੇ ਨਾਲ ਵੀ ਨਹੀਂ ਜਪਿਆ ਜਾਂਦਾ। ਬੜੀਆਂ ਸਾਖੀਆਂ ਇਸ ਗੱਲ ਨੂੰ ਸਿੱਧ ਕਰਦੀਆਂ। ਲਾਲਚ ਵਿੱਚ ਵੀ ਨਾਮ ਨਹੀਂ ਜਪਿਆ ਜਾਂਦਾ ਅਤੇ ਕਿਸੇ ਦੇ ਡੰਡੇ ਦੇ ਡਰ ਨਾਲ ਵੀ ਨਹੀਂ ਜਪਿਆ ਜਾਂਦਾ ਹੈ। ਜਪ ਰਾਮ ਨਾਮ ਉਬਾਹਾ, ਐ ਮੇਰਿਆ ਮਨਾ, ਜਦੋਂ ਰਾਮ ਦੇ ਨਾਮ ਨੂੰ ਜਪਣਾ, ਲਾਲਚ ਪਰੇ ਕਰਕੇ ਜਪ। ਜਦੋਂ ਉਹਦੇ ਨਾਮ ਨੂੰ ਜਪਣਾ, ਦੁਨੀਆ ਦਾ ਡਰ ਪਰੇ ਕਰਕੇ, ਬੜੇ ਉਤਸ਼ਾਹ ਦੇ ਨਾਲ, ਬੜੀ ਖੁਸ਼ੀ ਦੇ ਨਾਲ ਉਹਦੇ ਨਾਮ ਨੂੰ ਜਪਣਾ ਕਰ। ਅਨੰਦਨ ਆਨੰਦ ਹੋਵੇ ਵਡਭਾਗੀ, ਲੈ ਗੁਰ ਪੂਰੇ ਹਰ ਲਾਹਾ। ਅਨ ਦਿਨ ਦਿਨੇ ਰਾਤ ਤੈਨੂੰ ਆਨੰਦ ਹੀ ਆਨੰਦ ਪ੍ਰਾਪਤ ਹੋਵੇਗਾ। ਅਨ ਦਿਨ ਆਨੰਦ ਹੋਵੇ ਵਡਭਾਗੀ ਆ, ਵੱਡਿਆਂ ਭਾਗਾਂ ਵਾਲਿਆ। ਫਿਰ ਤੈਨੂੰ ਦਿਨੇ ਤੇ ਰਾਤ ਆਨੰਦ ਹੀ ਆਨੰਦ ਹੋਵੇਗਾ, ਆਨੰਦ ਹੀ ਆਨੰਦ ਹੋਵੇਗਾ ਜਦੋਂ ਤੂੰ ਖੁਸ਼ੀ ਦੇ ਨਾਲ ਉਹਦੇ ਨਾਮ ਨੂੰ ਜਪੇਂਗਾ। ਲੈ ਗੁਰ ਪੂਰੇ ਹਰ ਲਾਹਾ, ਪੂਰਿਆਂ ਗੁਰਾਂ ਤੋਂ ਇਹ ਲਾਭ ਲੈ ਲਾ ਭਾਈ। ਇਹ ਲਾਭ ਨਾਮ ਦਾ ਨਾ ਗੁਰੂ ਤੋਂ ਮਿਲਦਾ ਭਾਈ। ਗੁਰੂ ਧਾਰਨ ਕਰਨਾ ਪਵੇਗਾ ਜ਼ਰੂਰ। ਇਸ ਕਰਕੇ ਮਨੁੱਖਾ ਜਨਮ ਦੇ ਵਿੱਚ ਮੌਕਾ ਮਿਲਿਆ, ਸਮਾਂ ਮਿਲਿਆ, ਰਾਮ ਦੇ ਨਾਮ ਦਾ ਲਾਹਾ ਲੈ, ਗੁਰੂ ਦੇ ਕੋਲੋਂ ਨਾਮ ਲੈ ਕੇ ਜਪਨਾ ਕਰ। ਰਹਾਓ ਆਪੇ ਗੋਪੀ ਕਾਨ ਹੈ ਪਿਆਰਾ, ਬਨ ਆਪੇ ਗਊ ਚਰਾਹਾ। ਪਰਮਾਤਮਾ ਗੋਪੀਆਂ ਵੀ ਆਪ ਹੀ ਹੈ। ਭਗਵਾਨ ਕ੍ਰਿਸ਼ਨ ਦੀਆਂ ਕਹਿੰਦੇ 16,000 ਗੋਪੀਆਂ ਸਨ। ਸੋ ਕਹਿਣ ਲੱਗੇ ਆਪੇ ਗੋਪੀ, ਉਹ ਪਰਮਾਤਮਾ ਗੋਪੀ। ਰਾਧਿਕਾ ਵੀ ਆਪੇ ਹੋ ਰਿਹਾ, ਰਾਧਾ ਨਾਮ ਦੀ ਗੋਪੀ ਵੀ ਉਹ ਪਰਮਾਤਮਾ ਆਪ ਹੀ ਹੈ। ਤੇ ਕਾਨ ਹੈ ਪਿਆਰਾ, ਕਾਨ ਕਹੀਏ ਕ੍ਰਿਸ਼ਨ, ਉਹ ਪਰਮਾਤਮਾ ਕ੍ਰਿਸ਼ਨ ਰੂਪ ਵੀ ਆਪ ਹੀ ਹੈ ਭਾਈ। ਕ੍ਰਿਸ਼ਨ ਵੀ ਆਪ ਹੀ ਬਣਿਆ ਹੋਇਆ। ਆਪੇ ਬਨ, ਸੋ ਕਹਿਣ ਲੱਗੇ ਬਿੰਦਰਾਬਨ ਵੀ ਉਹ ਆਪ ਹੀ ਹੈ ਪਰਮਾਤਮਾ। ਅਤੇ ਇਸੇ ਤਰ੍ਹਾਂ ਆਪੇ ਗਊ ਚਰਾਹਾ, ਆਪ ਹੀ ਭਗਵਾਨ ਕ੍ਰਿਸ਼ਨ ਗਵਾਲਾ ਬਣ ਕੇ ਤੇ ਗਊਆਂ ਨੂੰ ਚਾਰਦਾ ਵੀ ਉਹ ਆਪ ਹੀ ਹੈ। ਇਹ ਬ੍ਰਹਮ ਦੀ ਗੱਲ ਹੈ ਕਿ ਬ੍ਰਹਮ ਜਦੋਂ ਬ੍ਰਹਮ ਅਵਸਥਾ ਮਿਲ ਜਾਂਦੀ ਹੈ ਨਾ, ਬ੍ਰਹਮ ਦੇ ਵਿੱਚ ਮਨੁੱਖ ਪਹੁੰਚ ਜਾਂਦਾ, ਉਦੋਂ ਸਾਰਿਆਂ ਵਿੱਚ ਪਰਮਾਤਮਾ ਹੀ ਦਿਖਾਈ ਦਿੰਦਾ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਜਦੋਂ ਅਵਸਥਾ ਮਿਲ ਜਾਂਦੀ ਹੈ ਨਾ, ਫਿਰ ਸਾਰਿਆਂ ਵਿੱਚ ਰੱਬ ਹੀ ਰੱਬ ਦਿਖਾਈ ਦਿੰਦਾ ਹੈ। ਕਹਿਣ ਲੱਗੇ ਆਪੇ ਗੋਪੀ, ਉਹ ਪਰਮਾਤਮਾ ਗੋਪੀਆਂ ਰਾਧਿਕਾ ਵਰਗੀਆਂ ਆਪੇ ਹੀ ਬਣਿਆ ਹੋਇਆ। ਆਪੇ ਕਾਨ, ਕ੍ਰਿਸ਼ਨ ਵੀ ਆਪੇ ਹੀ ਬਣਿਆ ਹੋਇਆ। ਆਪੇ ਬਨ, ਬਨ ਕਹੀਏ ਬਿੰਦਰਾਬਨ, ਜਿੱਥੇ ਭਗਵਾਨ ਕ੍ਰਿਸ਼ਨ ਜੀ ਗਾਵਾਂ ਚਾਰਦੇ, ਉਹ ਜੰਗਲ ਵੀ ਉਹ ਪਰਮਾਤਮਾ ਆਪ ਹੀ ਹੈ। ਆਪੇ ਗਊ ਚਰਾਹਾ, ਆਪ ਹੀ ਸਾਰੀਆਂ ਗਊਆਂ ਨੂੰ ਚਾਰਨ ਵਾਲਾ, ਉਹ ਐਸਾ ਸਮਰੱਥ ਹੈ। ਮਹਾਰਾਜ ਫਿਰ ਫਰਮਾਉਂਦੇ ਹਨ ਆਪੇ ਗੋਪੀ ਕਾਨ ਹੈ ਪਿਆਰਾ, ਬਨ ਆਪੇ ਗਊ ਚਰਾਹਾ। ਪਰਮਾਤਮਾ ਗੋਪੀ ਕਹੀਏ ਇਸਤਰੀਆਂ ਵੀ ਆਪ ਹੀ ਹੋ ਰਿਹਾ। ਜਿਹੜੀਆਂ ਇਸਤਰੀਆਂ ਬਣੀਆਂ ਨਾ, ਇਹ ਇਸਤਰੀਆਂ ਵੀ ਉਹ ਪਰਮਾਤਮਾ ਆਪ ਹੀ ਹੈ। ਇਸਤਰੀ ਰੂਪ ਵੀ ਆਪ ਹੈ। ਕਾਨ ਹੈ ਆਪੇ, ਕਾਨ ਤੋਂ ਭਾਵ ਮਰਦ, ਉਹ ਮਰਦ ਰੂਪ ਵੀ ਆਪ ਹੀ ਹੈ। ਆਪੇ ਹੀ ਮਰਦ ਬਣਿਆ ਹੋਇਆ ਪਰਮਾਤਮਾ, ਆਪੇ ਹੀ ਇਸਤਰੀ ਬਣਿਆ ਹੋਇਆ। ਇਸਤਰੀਆਂ ਦੇ ਵਿੱਚ, ਔਰਤਾਂ ਦੇ ਵਿੱਚ ਵੀ ਉਹ ਬੈਠਾ ਹੋਇਆ, ਮਰਦਾਂ ਮਨੁੱਖਾਂ ਦੇ ਵਿੱਚ ਵੀ ਉਹ ਪਰਮਾਤਮਾ ਬੈਠਾ ਹੋਇਆ। ਆਪੇ ਗੋਪੀ ਕਾਨ ਹੈ ਪਿਆਰਾ,
ਤੇ ਬਨ ਆਪੇ ਗਊ ਚਰਾਹਾ। ਉਹ ਪ੍ਰਮਾਤਮਾ ਸੰਸਾਰ ਰੂਪੀ ਜੰਗਲ ਵੀ ਆਪ ਹੀ ਹੈ। ਇਹ ਸੰਸਾਰ ਹੈ ਨਾ, ਇਹ ਪ੍ਰਮਾਤਮਾ ਦਾ ਜੰਗਲ ਹੀ ਹੈ। ਅਤੇ ਗਊ ਚਰਾਹਾ, ਇਹ ਜਿਹੜੀਆਂ ਗਊ ਸਾਡੀਆਂ ਇੰਦਰੀਆਂ ਨੇ, ਇਹਨਾਂ ਨੂੰ ਵਕਾਰਾਂ ਦਾ ਘਾਹ ਵੀ ਉਹ ਆਪ ਖਵਾਉਂਦਾ ਪਿਆ। ਗਾਂ ਘਾਹ ਖਾਂਦੀ ਹੈ ਨਾ, ਸਾਡੀਆਂ ਜਿਹੜੀਆਂ ਸਰੀਰ ਦੇ ਅੰਗ ਨੇ, ਇੰਦਰੀਆਂ, ਇਹ ਵਕਾਰਾਂ ਦਾ ਘਾਹ ਖਾਂਦੀਆਂ। ਵਕਾਰ ਇਹਨਾਂ ਨੂੰ ਚਾਹੀਦਾ। ਅੱਖਾਂ ਨੂੰ ਵੇਖਣ ਦਾ ਵਕਾਰ ਹੈ, ਕੰਨਾਂ ਨੂੰ ਸੁਣਨ ਦਾ ਵਕਾਰ ਹੈ, ਜ਼ੁਬਾਨ ਨੂੰ ਬੋਲਣ ਦਾ ਵਕਾਰ ਹੈ। ਸਾਡੇ ਸਰੀਰ ਦੇ ਜਿੰਨੇ ਅੰਗ ਨੇ ਨਾ, ਇਹਨਾਂ ਨੂੰ ਵਕਾਰ ਲੱਗਾ ਹੋਇਆ ਕੋਈ ਨਾ ਕੋਈ। ਕਿਸੇ ਨੂੰ ਕਾਮ ਦਾ, ਕਿਸੇ ਨੂੰ ਕ੍ਰੋਧ ਦਾ, ਵਿਸ਼ੇ ਭੋਗਣ ਦਾ, ਵਿਭਚਾਰ ਕਰਨ ਦਾ, ਕੁਕਰਮ ਕਰਨ ਦਾ, ਸਰੀਰਾਂ ਨੂੰ ਭੋਗਣ ਦਾ ਲੱਗਾ ਹੋਇਆ। ਪਾਤਸ਼ਾਹ ਕਹਿਣ ਲੱਗੇ ਉਹ ਅਕਾਲ ਪੁਰਖ ਇਸਤਰੀ ਵੀ ਆਪ ਹੀ ਹੈ ਅਤੇ ਮਰਦ ਵੀ ਆਪ ਹੀ ਹੈ। ਉਹ ਸੰਸਾਰ ਵੀ ਆਪ ਹੈ ਤੇ ਸੰਸਾਰ ਵਿੱਚ ਰਹਿ ਕੇ ਇਹਨਾਂ ਜੀਵਾਂ ਨੂੰ ਉਹ ਪਰਮਾਤਮਾ ਵਕਾਰਾਂ ਦਾ ਘਾਹ ਵੀ ਆਪੇ ਹੀ ਖਵਾਉਂਦਾ ਪਿਆ। ਕਿਸੇ ਨੂੰ ਕਿਸੇ ਵਕਾਰ ਵਿੱਚ ਲਾਇਆ, ਕਿਸੇ ਨੂੰ ਕਿਸੇ ਵਕਾਰ ਵਿੱਚ ਲਾਇਆ। ਕੋਈ ਕਾਮੀ ਹੈ, ਕੋਈ ਕ੍ਰੋਧੀ ਹੈ, ਕੋਈ ਲੋਭੀ ਹੈ, ਕੋਈ ਮੋਹੀ ਹੈ, ਮੋਹ ਦੇ ਵਿੱਚ ਫਸਿਆ ਹੋਇਆ। ਕੋਈ ਈਰਖਾਲੂ ਹੈ, ਕੋਈ ਚੁਗਲਬਾਜ਼ ਹੈ। ਇਹ ਸਾਰੇ ਵਿਸ਼ੇ ਉਹਨੇ ਆਪ ਹੀ ਲਾਏ ਹੋਏ ਕਿ ਜਾ ਦੁਨੀਆ ਵਿੱਚ ਜਾ ਕੇ ਤੂੰ ਆਹ ਕੰਮ ਹੀ ਕਰਦਾ ਰਹੇ। ਐਸਾ ਉਹ ਪਰਮਾਤਮਾ ਹੈ। ਮਹਾਰਾਜ ਫਿਰ ਬਖਸ਼ਿਸ਼ ਕਰਦੇ ਹਨ। ਆਪੇ ਗੋਪੀ ਕਾਨ ਹੈ ਪਿਆਰਾ, ਬਨ ਆਪੇ ਗਊ ਚਰਾਹਾ। ਬਾਦਸ਼ਾਹ ਕਹਿਣ ਲੱਗੇ ਭਾਈ, ਉਹ ਜਿਹੜਾ ਪਰਮਾਤਮਾ ਹੈ ਨਾ, ਉਹ ਗੋਪੀ ਆਪ ਹੀ ਹੈ। ਗੋਪੀ ਕੀ ਹੈ? ਇੱਥੇ ਇੱਕ ਬੜਾ ਸੋਹਣੀ ਉਦਾਹਰਨ ਦਿੱਤੀ ਹੈ ਕਿ ਉਹ ਜਿਹੜਾ ਪਰਮਾਤਮਾ ਹੈ ਨਾ, ਉਹ ਗੋਪੀ ਕਹੀਏ ਵਿਦਿਆਰਥੀ ਵੀ ਆਪ ਹੀ ਹੈ ਅਤੇ ਕਾਨ ਕਹੀਏ ਉਹ ਗੁਰੂ ਵੀ ਆਪ ਹੀ ਹੈ। ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਆਪੇ ਬਨ, ਉਹ ਵੇਦ ਰੂਪੀ ਜੰਗਲ ਵੀ ਆਪ ਹੈ ਤੇ ਗਊ ਚਰਾਹਾ, ਵੇਦਾਂ ਦਾ ਉਪਦੇਸ਼ ਦੇਣ ਵਾਲਾ ਵੀ ਉਹ ਆਪ ਹੀ ਹੈ। ਵੇਦ ਰੂਪੀ ਜੰਗਲ ਵੀ ਆਪ ਹੈ, ਉਹਨਾਂ ਵੇਦਾਂ ਦਾ ਸਿਧਾਂਤ ਕੀ ਹੈ ਇਹ ਵੀ ਸਮਝਾਉਣ ਵਾਲਾ ਆਪ ਹੈ। ਉਹ ਗੁਰੂ ਰੂਪੀ, ਉਹ ਗੁਰੂ ਰੂਪ ਵੀ ਹੈ। ਕਾਨ ਕਹੀਏ ਕ੍ਰਿਸ਼ਨ, ਉਹ ਗੁਰੂ ਰੂਪੀ ਕਾਨ ਹੈ ਅਤੇ ਜਗਿਆਸੂ ਰੂਪ, ਵਿਦਿਆਰਥੀ ਰੂਪ ਉਹ ਪਰਮਾਤਮਾ ਗੋਪੀ ਹੈ। ਉਹ ਚੇਲਾ ਵੀ ਆਪ ਹੀ ਹੈ, ਉਸਤਾਦ ਸਿੱਖਿਆ ਦੇਣ ਵਾਲਾ ਗੁਰੂ ਵੀ ਆਪ ਹੈ। ਇਹ ਚਾਰ ਵੇਦ ਰਚੇ ਨੇ, ਇਹ ਵੇਦ ਰੂਪੀ ਜੰਗਲ ਵੀ ਆਪ ਹੈ। ਉਹਨਾਂ ਵੇਦਾਂ ਦਾ ਜੋ ਸਿਧਾਂਤ ਹੈ, ਉਹ ਸਿਧਾਂਤ ਰੂਪੀ ਪਰਮਾਤਮਾ ਆਪ ਹੀ ਸਿੱਖਿਆ ਰੂਪ ਜਿਹੜਾ ਪਰਮਾਤਮਾ ਹੈ, ਉਹ ਤੈਨੂੰ ਵਿਕਾਰਾਂ ਤੋਂ ਬਚਾਉਣ ਵਾਸਤੇ ਗਿਆਨ ਦਾ ਘਾਹ ਵੀ ਬਖਸ਼ਿਸ਼ ਕਰਦਾ ਪਿਆ। ਐਸਾ ਉਹ ਸਮਰੱਥ ਪਰਮਾਤਮਾ ਹੈ। ਆਪੇ ਸਾਵਲ ਸੁੰਦਰਾ ਪਿਆਰਾ, ਆਪੇ ਵੰਸ ਵਜਾਹਾ। ਪਰਮਾਤਮਾ ਆਪੇ ਹੀ ਸਾਵਲ ਹੈ। ਸਾਵਲ ਰੰਗ ਦਾ ਬੜਾ ਹੀ ਸੋਹਣਾ ਹੈ। ਉਹ ਪਰਮਾਤਮਾ ਆਪ ਹੀ ਸਾਵਲ ਸੁੰਦਰ ਕਹੀਏ ਕ੍ਰਿਸ਼ਨ ਰੂਪ ਹੋ ਰਿਹਾ ਹੈ। ਜਦੋਂ ਭਗਵਾਨ ਕ੍ਰਿਸ਼ਨ ਜੀ ਸੋ ਕਾਲੀ ਨਾਮ ਦੇ ਸੱਪ ਨੂੰ ਜਮਨਾ ਦੇ ਵਿੱਚੋਂ ਕੱਢਣ ਵਾਸਤੇ ਗਏ ਤੇ ਕਹਿਣ ਲੱਗੇ, ਉਹਨੇ ਫੁੰਕਾਰਾ ਮਾਰ ਕੇ ਤੇ ਭਗਵਾਨ ਕ੍ਰਿਸ਼ਨ ਜੀਆਂ ਦਾ ਰੰਗ ਨੀਲਾ ਕਰ ਦਿੱਤਾ ਸੀ। ਸੋ ਉਦੋਂ ਤੇ ਉਹਨਾਂ ਦਾ ਨਾਮ ਪੈ ਗਿਆ ਸਾਵਲ ਸੁੰਦਰ, ਸਾਂਵਲੇ ਰੰਗ ਵਾਲੇ ਇਹ ਸੁੰਦਰ ਪਰਮਾਤਮਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆਪੇ ਸਾਵਲ ਸੁੰਦਰਾ ਪਿਆਰਾ। ਉਹ ਪਰਮਾਤਮਾ ਆਪੇ ਹੀ ਸਾਵਲ ਸਰੂਪ ਦਾ ਸੁੰਦਰ ਹੈ। ਸਾਵਲ ਰੂਪ ਹੋਣ ਕਰਕੇ ਆਪ ਹੀ ਉਹ ਸੁੰਦਰ ਸੋਹਣਾ ਲੱਗਦਾ ਪਿਆ ਹੈ। ਆਪੇ ਸੋ ਵੰਸ ਵਜਾਹਾ, ਬੰਸ ਤੋਂ ਭਾਵ ਹੈ ਬਾਂਸੁਰੀ। ਉਹ ਆਪੇ ਹੀ ਬਾਂਸੁਰੀ ਵਜਾਉਣ ਵਾਲਾ ਹੈ। ਭਗਵਾਨ ਕ੍ਰਿਸ਼ਨ ਦੇ ਰੂਪ ਦੇ ਵਿੱਚ ਹੋ ਕੇ ਜਦੋਂ ਬਾਂਸੁਰੀ ਵਜਾਉਂਦਾ ਹੈ, ਕਹਿਣ ਲੱਗੇ ਉਸ ਵੇਲੇ ਕਾਇਨਾਤ ਖੜ ਜਾਂਦੀ ਹੈ। ਪੰਛੀ ਜਿਹੜੇ ਸਨ ਟਾਹਣੀਆਂ 'ਤੇ ਬੈਠੇ ਬੋਲਣੋਂ ਹਟ ਜਾਂਦੇ, ਗਾਵਾਂ ਜਿਹੜੀਆਂ ਸਨ ਉਹ ਘਾਹ ਖਾਣ ਤੋਂ ਹਟ ਜਾਂਦੀਆਂ, ਚੱਲਦੇ ਹੋਏ ਬੰਦੇ ਜਿਹੜੇ ਸਨ ਇੱਕ ਜਗ੍ਹਾ 'ਤੇ ਖੜ ਜਾਂਦੇ। ਸੋ ਇਸ ਤਰ੍ਹਾਂ ਦਾ ਨਜ਼ਾਰਾ ਬਣ ਜਾਂਦਾ। ਰੁੱਖਾਂ ਦੇ ਪੱਤਿਆਂ ਦੇ ਵਿੱਚੋਂ ਅੰਮ੍ਰਿਤ ਚੋਣ ਲੱਗ ਪੈਂਦਾ। ਆਪੇ ਬੰਸ ਵਜਾਹਾ, ਭਗਵਾਨ ਕ੍ਰਿਸ਼ਨ ਰੂਪ ਹੋ ਕੇ ਆਪ ਹੀ ਬੰਸਰੀ ਵਜਾਉਣ ਵਾਲੇ ਹੋ, ਕਾਇਨਾਤ ਨੂੰ ਆਨੰਦ ਦੇਣ ਵਾਲੇ ਹੋ, ਸੁਖ ਦੇਣ ਵਾਲੇ ਹੋ। ਐਸੀ ਆਪ ਜੀ ਕਿਰਪਾ ਕਰਦੇ ਹੋ। ਕੋਵਲੀਆ ਪੀੜ ਆਪ ਮਰਾਇੰਦਾ ਪਿਆਰਾ, ਕਰ ਬਾਲਕ ਰੂਪ ਪਚਾਹਾ। ਕੁਵਲੀਆ ਨਹੀਂ ਹੈ ਇਹ ਪਾਠ ਕਰਨਾ, ਕੁਵਲੀਆ। ਕੁਵਲੀਆ ਇੱਕ ਹਾਥੀ ਦਾ ਨਾਮ ਸੀ। ਸੋ ਕਹਿਣ ਲੱਗੇ ਰਾਜਾ ਕੰਸ ਹੋਇਆ ਦੁਆਪਰ ਯੁੱਗ ਦੇ ਵਿੱਚ। ਕੰਸ ਨੇ ਇੱਕ ਹਾਥੀ ਪਾਲਿਆ, ਉਹਦਾ ਨਾਮ ਰੱਖਿਆ ਸੀ ਕੁਵਲੀਆ। ਉਹ ਬਹੁਤ ਵੱਡੇ ਆਕਾਰ ਦਾ ਹਾਥੀ, ਬੜਾ ਉਹਦੇ ਵਿੱਚ ਬਲ, ਬੜਾ ਉਹਦੇ ਵਿੱਚ ਜ਼ੋਰ। ਅਤੇ ਕਹਿਣ ਲੱਗੇ ਉਸ ਹਾਥੀ ਨੂੰ ਮਾਰਨ ਵਾਸਤੇ, ਉਸ ਹਾਥੀ ਨੇ ਭਗਵਾਨ ਕ੍ਰਿਸ਼ਨ ਨੂੰ ਮਾਰਨ ਵਾਸਤੇ ਕੰਸ ਨੇ ਭੇਜਿਆ ਵੀ ਜਾਓ ਭਗਵਾਨ ਕ੍ਰਿਸ਼ਨ ਨੂੰ ਜਾ ਕੇ ਮਾਰ ਦਿਓ। ਅਤੇ ਕਹਿਣ ਲੱਗੇ ਭਗਵਾਨ ਕ੍ਰਿਸ਼ਨ ਨੂੰ ਮਾਰਨ ਵਾਸਤੇ ਉਹ ਜਿਹੜਾ ਕੁਵਲੀਆ ਨਾਮ ਦਾ ਹਾਥੀ ਸੀ ਨਾ, ਯੱਗ ਜੀਆਂ ਦੇ ਦਰਵਾਜ਼ੇ ਅੱਗੇ ਆ ਕੇ ਖੜਾ ਹੋ ਗਿਆ ਵੀ ਇੱਥੋਂ ਭਗਵਾਨ ਕ੍ਰਿਸ਼ਨ ਜੀ ਲੰਘਣਗੇ, ਮੈਂ ਆਪਣੀ ਸੁੰਡ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਵਾਂਗਾ ਅਤੇ ਮਾਰ ਦੇਵਾਂਗਾ।
ਤੇ ਜਦੋਂ ਇਹ ਹਾਥੀ ਸੁੰਡ ਪਾ ਕੇ ਭਗਵਾਨ ਕ੍ਰਿਸ਼ਨ ਜੀ ਨੂੰ ਪਕੜਨ ਲੱਗਾ ਤੇ ਕਹਿੰਦਾ ਨੇ ਮਾਰ ਮਾਰ ਕੇ ਉਹਨਾਂ ਨੇ ਇਸ ਹਾਥੀ ਨੂੰ ਹੀ ਉੱਥੇ ਮਾਰ ਦਿੱਤਾ। ਹਾਥੀ ਆਇਆ ਤੇ ਕੰਸ ਦਾ ਭੇਜਿਆ ਹੋਇਆ ਭਗਵਾਨ ਕ੍ਰਿਸ਼ਨ ਨੂੰ ਮਾਰਨ ਵਾਸਤੇ, ਪਰ ਉਸ ਕੁਵਲੀਆ ਹਾਥੀ ਨੂੰ ਆਪ ਹੀ ਉਹਨਾਂ ਨੇ ਪੀੜ ਸੁੱਟਿਆ, ਮਾਰ ਸੁੱਟਿਆ, ਉਹਨੂੰ ਮੁਕਤ ਕਰ ਦਿੱਤਾ। ਕੁਵਲੀਆ ਪੀੜ ਆਪ ਮਰਾਏ ਦਾ ਪਿਆਰਾ, ਉਹ ਜਿਹੜਾ ਪਿਆਰਾ ਪ੍ਰਮਾਤਮਾ ਹੈ ਨਾ ਗੁਰਮੁਖੋ, ਭਗਵਾਨ ਕ੍ਰਿਸ਼ਨ ਦੇ ਰੂਪ ਦੇ ਵਿੱਚ ਆਪ ਹੀ ਕੁਵਲੀਆ ਨਾਮ ਦੇ ਹਾਥੀ ਨੂੰ ਮਾਰ ਕੇ ਤੇ ਉਹਨਾਂ ਨੇ ਪਰੇ ਕਰ ਦਿੱਤਾ। ਤੇ ਪਾਤਸ਼ਾਹ ਕਹਿਣ ਲੱਗੇ ਕਰ ਬਾਲਕ ਰੂਪ ਪਚਾਹਾ। ਇਹ ਕੰਮ ਕਦੋਂ ਕੀਤਾ ਭਗਵਾਨ ਨੇ? ਕਹਿਣ ਲੱਗੇ ਜਦੋਂ ਬਾਲਕ ਸਨ, ਹਾਲੇ ਬੱਚੇ ਹੀ ਸਨ, ਛੋਟੀ ਉਮਰਾ ਸੀ ਤੇ ਮਾਮਾ ਵੈਰ ਹੀ ਪੈ ਗਿਆ ਵੀ ਮੈਂ ਭਾਣਜੇ ਨੂੰ ਛੱਡਣਾ ਨਹੀਂ ਹੈ। ਉਹਨੂੰ ਪਤਾ ਲੱਗ ਗਿਆ ਵੀ ਇਸੇ ਭਾਣਜੇ ਨੇ ਮੈਨੂੰ ਮਾਰਨਾ ਹੈ, ਇਸ ਤੋਂ ਪਹਿਲਾਂ ਕਿ ਭਾਣਜਾ ਮੈਨੂੰ ਮਾਰੇ ਮੈਂ ਇਹਨੂੰ ਮਾਰ ਦਿਆਂ। ਭਗਵਾਨ ਕ੍ਰਿਸ਼ਨ ਜੀ ਹਾਲੇ ਬਚਪਨ ਦੇ ਵਿੱਚ ਹੀ ਖੇਡਾਂ ਕਰਦੇ ਸਨ, ਉਦੋਂ ਉਹਨਾਂ ਨੇ ਹਾਥੀ ਭੇਜਿਆ ਮਾਰਨ ਵਾਸਤੇ। ਪਰ ਕਹਿਣ ਲੱਗੇ ਕਰ ਬਾਲਕ ਰੂਪ ਪਚਾਹਾ, ਉਹਨਾਂ ਨੇ ਬਾਲਕ ਰੂਪ ਦੇ ਵਿੱਚ ਹੀ ਉਸ ਵੱਡੇ ਹਾਥੀ ਨੂੰ ਪਚਾਹਾ ਕਹੀਏ ਮਾਰ ਹੀ ਸੁੱਟਿਆ, ਨਾਸ ਹੀ ਕਰ ਦਿੱਤਾ, ਉਹ ਕੁਵਲੀਆ ਹਾਥੀ ਨੂੰ ਖਤਮ ਕਰ ਦਿੱਤਾ ਹੈ। ਆਪ ਅਖਾੜਾ ਭਾਏ ਦਾ ਪਿਆਰਾ, ਕਰ ਵੇਖੈ ਆਪ ਚੋ ਜਾਹਾ। ਉਹ ਆਪੇ ਹੀ ਅਖਾੜਾ ਪਾਉਂਦਾ। ਅਖਾੜਾ ਜਿੱਥੇ ਪਹਿਲਵਾਨ ਘੁਲਦੇ ਨੇ ਨਾ, ਉਹਨੂੰ ਅਖਾੜਾ ਆਖਿਆ ਜਾਂਦਾ। ਪਹਿਲਵਾਨਾਂ ਦਾ ਅਖਾੜਾ ਵੀ ਉਹ ਆਪੇ ਹੀ ਰਚਦਾ ਹੈ। ਅਤੇ ਫਿਰ ਉਹਨਾਂ ਪਹਿਲਵਾਨਾਂ ਦੇ ਜਿਹੜੇ ਚੋਜ ਨੇ ਨਾ, ਚੋਜ ਕੌਤਕ, ਉਹ ਕਿਵੇਂ ਘੁਲਦੇ ਨੇ, ਕਿਵੇਂ ਦਾ ਲਾਉਂਦੇ ਨੇ, ਉਹ ਪਰਮਾਤਮਾ ਫਿਰ ਉਹਨਾਂ ਪਹਿਲਵਾਨਾਂ ਦੇ ਦਾ ਵੀ ਉਹ ਆਪ ਹੀ ਵੇਖਦਾ ਪਿਆ। ਅਖਾੜਾ ਵੀ ਉਸਨੇ ਕੁਸ਼ਤੀ ਦਾ ਆਪੇ ਰਚਿਆ ਹੋਇਆ ਤੇ ਉਹਨਾਂ ਪਹਿਲਵਾਨਾਂ ਦੇ ਉਹ ਜਿਹੜੇ ਕੌਤਕ ਨੇ, ਦਾ ਪੇਚ ਨੇ, ਕੁਸ਼ਤੀ ਲੜਨ ਦੇ ਆਪ ਹੀ ਵੇਖ ਕੇ ਖੁਸ਼ ਹੁੰਦਾ, ਫਿਰ ਬਖਸ਼ਿਸ਼ ਕਰਦੇ ਹਨ। ਆਪ ਅਖਾੜਾ ਭਾਏ ਦਾ ਪਿਆਰਾ, ਕਰ ਵੇਖੇ ਆਪ ਚੋ ਜਾਹਾ। ਇਹ ਸੰਸਾਰ ਦਾ ਅਖਾੜਾ, ਇਹ ਜਿਹੜੀ ਦੁਨੀਆ ਬਣਾਈ ਹੈ ਨਾ, ਸੰਸਾਰ ਬਣਾਇਆ, ਇਹ ਵੀ ਰੱਬ ਨੇ ਅਖਾੜਾ ਹੀ ਰਚਿਆ ਹੋਇਆ। ਇੱਥੇ ਕੋਈ ਢਾਉਂਦਾ ਪਿਆ, ਕੋਈ ਢਾਉਂਦਾ ਪਿਆ, ਕੋਈ ਕਿਸੇ ਨੂੰ ਮਾਰਦਾ ਪਿਆ, ਕੋਈ ਕਿਸੇ ਤੋਂ ਮਾਰ ਖਾਂਦਾ ਪਿਆ, ਕੋਈ ਆਪਣਾ ਕੋਈ ਦਾ ਲਾਉਂਦਾ, ਕੋਈ ਆਪਣਾ ਕੋਈ ਦਾ ਲਾਉਂਦਾ। ਇਹ ਸਾਰੇ ਚੋਜ ਕੌਤਕ ਉਹ ਪਰਮਾਤਮਾ ਵੇਖਦਾ ਪਿਆ ਵੀ ਮੇਰੇ ਸੰਸਾਰ ਅਖਾੜੇ ਦੇ ਵਿੱਚ ਵੇਖੋ ਲੋਕ ਇਹੋ ਜਿਹਾ ਦਾ ਲਾਉਂਦੇ ਪਏ, ਹੇਰਾ ਫੇਰੀ ਕਰਦੇ ਪਏ, ਲੁੱਟਦੇ ਪਏ, ਮਾਰਦੇ ਪਏ, ਡਰਦੇ ਪਏ, ਡਰਾਉਂਦੇ ਪਏ। ਇਹ ਸਾਰੀਆਂ ਖੇਡਾਂ ਨੂੰ ਉਹ ਪਰਮਾਤਮਾ ਆਪ ਵੇਖਦਾ ਹੈ, ਐਸੇ ਉਹ ਕੌਤਕਾਂ ਨੂੰ ਕਰਨ ਵਾਲਾ ਹੈ। ਕਰ ਬਾਲਕ ਰੂਪ ਪਾਏ ਦਾ ਪਿਆਰਾ, ਚੰਡੂਰ ਕੰਸ ਕੇ ਸਮਾਰਾ। ਗੁਰੂ ਪਾਤਸ਼ਾਹ ਕਹਿਣ ਲੱਗੇ ਬਾਲਕ ਰੂਪ ਦੇ ਵਿੱਚ ਇੱਕ ਚੰਡੂਰ ਨਾਮ ਦਾ ਦੈਂਤ ਸੀ। ਚੰਡੂਰ ਤੇ ਇਹ ਜਿਹੜਾ ਚੰਡੂਰ ਦੈਂਤ ਹੈ ਨਾ, ਚੰਡੂਰ ਨਾਮ ਦਾ ਪਹਿਲਵਾਨ ਕਹਿਣ ਲੱਗੇ ਕੰਸ ਨੇ ਪਾਲਿਆ ਸੀ। ਕੰਸ ਨੇ ਇੱਕ ਵੱਡਾ ਪਹਿਲਵਾਨ ਪਾਲਿਆ, ਨਾਮ ਹੈ ਚੰਡੂਰ। ਬੜਾ ਤਗੜਾ ਉਹਦਾ ਸਰੀਰ ਹੈ, ਬੜਾ ਤਗੜਾ ਉਹਦਾ ਬਲ ਹੈ, ਜਿਹੜਾ ਉਹਦੇ ਨਾਲ ਕੁਸ਼ਤੀ ਕਰਦਾ ਜਿੱਤ ਨਹੀਂ ਉਹਨੂੰ ਸਕਦਾ, ਬਲਕਿ ਚੰਡੂਰ ਪਹਿਲਵਾਨ ਉਹਨੂੰ ਮਾਰ ਹੀ ਦਿੰਦਾ ਹੈ। ਤੇ ਇੱਕ ਵੇਲੇ ਕੰਸ ਨੇ ਦਾ ਖੇਲਿਆ, ਆਪਣੇ ਭਾਣਜੇ ਨੂੰ ਬੁਲਾਇਆ ਮਥੁਰਾ ਦੇ ਵਿੱਚ, ਕਹਿਣ ਲੱਗਾ ਵੀ ਆਓ ਮੈਨੂੰ ਆ ਕੇ ਮਿਲੋ। ਤੇ ਜਦੋਂ ਮਿਲੇ ਨਾ ਤੇ ਕਹਿਣ ਲੱਗੇ ਵੀ ਹੁਣ ਇਸ ਪਹਿਲਵਾਨ ਦੇ ਨਾਲ ਜੰਗ ਕਰਕੇ ਵਿਖਾਓ, ਕੁਸ਼ਤੀ ਕਰਕੇ ਵਿਖਾਓ। ਹੁਣ ਪਹਿਲਵਾਨ ਵੱਡੀ ਉਮਰ ਦਾ, ਬੜੀ ਤਾਕਤ ਵਾਲਾ ਸਰੀਰ ਹੈ, ਕ੍ਰਿਸ਼ਨ ਜੀ ਛੋਟੀ ਉਮਰ ਦੇ ਨੇ, ਬੱਚਿਆਂ ਵਾਲਾ ਸਰੀਰ ਹੈ, ਪਰ ਉਹਨਾਂ ਨੇ ਨਾ ਇਹ ਸ਼ਰਤ ਮਨਜ਼ੂਰ ਕਰ ਲਈ। ਕਹਿਣ ਲੱਗੇ ਠੀਕ ਮਾਮਾ, ਜੇ ਤੂੰ ਕਹਿਣਾ ਤੇ ਅਸੀਂ ਤੈਨੂੰ ਘੋਲ ਕਰਕੇ ਦਿਖਾਉਂਦੇ ਹਾਂ। ਉਸ ਪਹਿਲਵਾਨ ਦੇ ਨਾਲ ਘੋਲ ਹੋਇਆ ਤੇ ਕੁਸ਼ਤੀ ਕਰਦਿਆਂ ਕਰਦਿਆਂ, ਘੋਲ ਕਰਦਿਆਂ ਮੁਕੀਆਂ ਮਾਰ ਮਾਰ ਕੇ ਭਗਵਾਨ ਕ੍ਰਿਸ਼ਨ ਨੇ ਉਹ ਚੰਡੂਰ ਨਾਮ ਦਾ ਪਹਿਲਵਾਨ ਮਾਰ ਹੀ ਦਿੱਤਾ ਅਤੇ ਫਿਰ ਜੰਗ ਦੇ ਵਿੱਚ ਵਿਜੇ ਪ੍ਰਾਪਤ ਹੋਏ, ਕੁਸ਼ਤੀ ਵਿੱਚ ਜਿੱਤ ਗਏ। ਸੋ ਜਦੋਂ ਉਸ ਨੂੰ ਮਾਰਿਆ ਨਾ, ਪਹਿਲਵਾਨ ਨੂੰ ਮਾਰਿਆ, ਤੇ ਫਿਰ ਕੰਸ ਆ ਗਿਆ ਮੈਦਾਨ ਵਿੱਚ, ਕਹਿਣ ਲੱਗਾ ਵੀ ਪਹਿਲਵਾਨ ਨੂੰ ਤੇ ਮਾਰ ਸੁੱਟਿਆ, ਹੁਣ ਮੇਰੇ ਨਾਲ ਕੁਸ਼ਤੀ ਕਰਕੇ ਵਿਖਾਓ। ਉਸ ਵੇਲੇ ਕੰਸ ਨੂੰ ਭਗਵਾਨ ਕ੍ਰਿਸ਼ਨ ਨੇ ਕਿਸੇ ਸ਼ਸਤਰ ਨਾਲ ਨਹੀਂ ਮਾਰਿਆ।